ਸਾਰੀਆਂ ਚਰਚਾ ਵੀ ਹੋ ਰਹੀਆਂ ਨੇ ਕਿ ਕੈਪਟਨ ਸਾਹਿਬ ਕਿਤੇ ਨਾ ਕਿਤੇ ਆਪਣੇ ਫੈਸਲਿਆਂ ਦੇ ਵਿੱਚ ਕਨਫਿਊਜ਼ਨ ਰਹਿੰਦੇ ਨੇ। ਕਿਸੇ ਵੀ ਆਫੀਸਰ ਨਾਲ ਜਾਂ ਸਾਡੇ ਨਗਰ ਨਿਗਮ ਦੇ ਮੇਅਰ ਨਾਲ ਕਿਸੇ ਤਰ੍ਹਾਂ ਦੀ ਵੀ ਕੋਈ ਨਿੱਜੀ ਰੰਜਿਸ਼ ਜਾਂ ਨਿੱਜੀ ਕੋਈ ਦੁਸ਼ਮਣੀ ਨਹੀਂ ਹੈ। ਜੇ ਤੁਹਾਨੂੰ ਨਹੀਂ ਲੱਗਦਾ ਕਿ ਕੰਟੇਨਮੈਂਟ ਜ਼ੋਨ ਚਾਹੁੰਦੀਆਂ ਬਸਤੀਆਂ, ਤੇ ਜੇ ਬਸਤੀਆਂ ਦੇ ਹਾਲ ਹੋਣਗੇ ਤੇ ਲੋਕ ਕਿਸ ਪਾਸੇ ਜਾਣਗੇ? ਤੁਹਾਡੀਆਂ ਮੀਟਿੰਗ ਤੁਸੀਂ ਆਪ ਜ਼ਿਕਰ ਕੀਤਾ ਕਿ 12ਵਾਂ ਮੀਟਿੰਗਸ ਹੁੰਦੀਆਂ ਨੇ, ਤੇ ਫਿਰ ਕਾਰਪੋਰੇਸ਼ਨ ਕਿੱਥੇ ਢਿੱਲ ਛੱਡ ਰਹੀ ਹੈ? ਕੰਮ ਨਾ ਹੋਣ ਕਰਕੇ ਜਿਹੜੇ ਲੋਕਾਂ ਦਾ ਅਪਰੋਚ ਆ ਉਹ ਜਿਹੜਾ ਲਗਾਤਾਰ ਵੱਧ ਰਿਹਾ। ਜੇ ਮੇਅਰ ਸਾਹਿਬ ਦਾ ਸਵਾਲ ਦੀ ਗੱਲ ਕਰੀਏ ਤੇ ਮੇਅਰ ਸਾਹਿਬ ਨਾਲ ਤੁਹਾਡੀਆਂ ਬਾਰ-ਬਾਰ ਮੀਟਿੰਗਸ ਹੋ ਰਹੀਆਂ ਨੇ, ਪਰ ਜੇ ਗੱਲ ਕਰੀਏ ਚੋਣ ਵੀ ਤੁਸੀਂ ਕੀਤੀ ਸੀ ਸਾਰਿਆਂ ਨੇ ਰਲ ਕੇ ਉਹਨਾਂ ਨਾਲ। ਚੋਣ ਕੀਤੀ ਹੈ, ਕੋਈ ਗਲਤ ਕੰਮ ਨਹੀਂ ਕੀਤਾ। ਅਸੀਂ ਇਹੀ ਬਾਰ-ਬਾਰ ਅਪੀਲ ਕਰਦੇ ਹਾਂ ਕਿ ਸਾਰਾ ਸਿਸਟਮ ਚੈਨਲਾਈਜ਼ ਹੋਣਾ ਚਾਹੀਦਾ। ਸ਼ਹਿਰ ਦੇ ਵਿੱਚ ਵਿਰੋਧ ਕਰਨ ਦੀ ਜਾਂ ਮੈਨੂੰ ਇਹਦੀ ਲੋੜ ਕਿਉਂ ਪਈ? ਜੇ ਲੋਕਾਂ ਦੇ ਕੰਮ ਠੀਕ ਹੋਈ ਜਾਣਗੇ ਅਸੀਂ ਐਪਰੀਸ਼ੀਏਟ ਵੀ ਕਰਾਂਗੇ। ਅੱਜ ਤੁਹਾਨੂੰ ਵੀ ਲੱਗ ਰਿਹਾ ਕਾਂਗਰਸ ਸਰਕਾਰ ਨੂੰ ਵੀ ਕਿ ਕੇਂਦਰ ਸਰਕਾਰ ਕਿਤੇ ਨਾ ਕਿਤੇ ਕਿਸਾਨਾਂ ਵਿਰੋਧੀ ਹੋ ਰਹੀ ਹੈ ਤੇ ਅਕਾਲੀ ਦਲ ਉਹਦੇ ਤੇ ਸਟੈਂਡ ਲੈ ਰਹੀ ਹੈ? ਟਰੂ ਸਕੂਪ ਦੇਖ ਰਹੇ तमाम ਦਰਸ਼ਕਾਂ ਦਾ ਸਵਾਗਤ ਹੈ। ਮੈਂ ਕੀਰਤੀ ਤੇ ਅੱਜ ਅਸੀਂ ਸਪੈਸ਼ਲ ਜਿਹੜੀ ਗੱਲਬਾਤ ਕਰਨਾ ਹੈ, ਬਹੁਤ ਸਾਰੇ ਮੁੱਦੇ ਨੇ, ਕਿਸਾਨਾਂ ਨੂੰ ਲੈ ਕੇ ਮੁੱਦੇ ਨੇ, ਕਿਉਂਕਿ ਕੇਂਦਰ ਸਰਕਾਰ ਵੱਲੋਂ ਜਿਹੜਾ ਇੱਕ ਐਲਾਨ ਕੀਤਾ ਗਿਆ, ਜਿਹੜੀ ਵਿਚੋਲਗਿਰੀ ਸੀ ਉਹ ਖਤਮ ਕਰਕੇ ਕਿਸਾਨਾਂ ਨੂੰ ਡਾਇਰੈਕਟ ਜਿਹੜੀ ਡੀਲ ਕਰਨ ਦੀ ਗੱਲ ਕਹੀ ਗਈ ਸੀ। ਕਿਤੇ ਨਾ ਕਿਤੇ ਕਿਸਾਨ ਇਸ ਚੀਜ਼ ਲਈ ਨਿਰਾਸ਼ ਵੀ ਨੇ। ਉਹਦਾ ਕੀ ਕਾਰਨ ਹੈ ਕਿ ਕਾਂਗਰਸ ਪਾਰਟੀ ਅਕਸਰ ਉਸ ਚੀਜ਼ ਨੂੰ ਲੈ ਕੇ ਵੀ ਵਿਰੋਧ ਕਰ ਰਹੀ ਹੈ ਕਿ ਕਿਸਾਨਾਂ ਦੇ ਨਾਲ ਇਹ ਕਿਤੇ ਨਾ ਕਿਤੇ ਧੱਕਾ ਹੋ ਰਿਹਾ, ਉਹਨਾਂ ਨੂੰ ਗੁੰਮਰਾਹ ਕਰਨ ਦੀ ਕੋਸ਼ਿਸ਼ ਕੀਤੀ ਗਈ ਹੈ, ਜਾਂ ਹੋਰ ਵੀ ਬਹੁਤ ਸਾਰੀਆਂ ਜਿਹੜੀਆਂ ਗੱਲਾਂ ਨੇ ਉਹ ਆ ਰਹੀਆਂ ਨੇ। ਜਾਂ ਫਿਰ ਜਦੋਂ ਗਿਆਨੀ ਹਰਪ੍ਰੀਤ ਸਿੰਘ ਜੀ ਜਦੋਂ ਬਿਆਨ ਦਿੰਦੇ ਨੇ ਖਾਲਿਸਤਾਨ ਨੂੰ ਲੈ ਕੇ, ਉਹਦੇ ਤੇ ਕੀ ਸਟੈਂਡ ਹੈ ਰਹੇਗਾ ਕਾਂਗਰਸ ਦਾ, ਤੇ ਆਉਣ ਵਾਲੇ ਸਮੇਂ ਦੇ ਵਿੱਚ ਚੋਣਾਂ ਨੂੰ ਕਿਸ ਤਰੀਕੇ ਦੇ ਨਾਲ ਦੇਖਦੀ ਹੈ ਕਾਂਗਰਸ, ਤੇ ਹੁਣੀ ਜਲੰਧਰ ਦੇ ਵਿੱਚ ਜਿਹੜਾ ਇੱਕ ਵਿਵਾਦ ਖੜਾ ਹੋ ਗਿਆ ਕਾਰਪੋਰੇਸ਼ਨ ਨੂੰ ਲੈ ਕੇ, ਤੇ ਉਹਨੂੰ ਕਿਸ ਤਰੀਕੇ ਵੱਲ ਨੂੰ ਦੇਖ ਰਹੀ ਹੈ ਕਾਂਗਰਸ ਪਾਰਟੀ। ਸੋ ਅਸੀਂ ਵਿਧਾਇਕ ਜਿਹੜੇ ਸੁਸ਼ੀਲ ਰਿੰਕੂ ਜੀ ਦੇ ਨਾਲ ਗੱਲਬਾਤ ਕਰਨ ਆਏ ਹਾਂ। ਸੋ ਗੱਲਬਾਤ ਕਰਦੇ ਹਾਂ। ਪਹਿਲਾਂ ਤਾਂ ਉਹਨਾਂ ਦਾ ਸਵਾਗਤ ਕਰਦੇ ਸਰ, ਬਹੁਤ ਬਹੁਤ ਸਵਾਗਤ। ਨਮਸਕਾਰ ਕੀਰਤੀ ਜੀ। ਪਰ ਜੇ ਰਿੰਕੂ ਜੀ ਗੱਲ ਕਰੀਏ ਕਿ ਵਿਵਾਦ ਜਿਹੜਾ ਅੱਜ ਹੀ ਕਾਂਗਰਸ ਦਾ ਵਿਵਾਦ ਇੱਥੇ ਸ਼ੁਰੂ ਹੋਇਆ, ਕਾਂਗਰਸ ਹਰ ਟਾਈਮ ਜਿਹੜੀ ਉਹਦਾ ਲੋਕਾਂ ਦੇ ਹਿੱਤਾਂ ਦੇ ਲਈ ਕੰਮ ਜ਼ਰੂਰ ਕਰਦੀ ਹੈ, ਲੋਕਾਂ ਦੇ ਹਿੱਤਾਂ ਦੇ ਲਈ ਕਰੋਨਾ ਵਾਇਰਸ ਦੇ ਦੌਰਾਨ ਵੀ ਲੜਦੀ ਰਹੀ ਹੈ। ਪਰ ਜੇ ਗੱਲ ਕਰੀਏ ਕਾਰਪੋਰੇਸ਼ਨ ਦੇ ਨਾਲ ਇਹੋ ਜਿਹਾ ਕਿਹੜਾ ਗਿਲਾ ਹੋਇਆ ਰਿੰਕੂ ਦਾ ਕਿ ਜਿਹੜਾ ਅੱਜ ਚੇਤਾਵਨੀ ਦੇ ਦਿੱਤੀ ਗਈ? ਚਾਹੇ ਉੱਥੇ ਦੂਸਰੇ ਪਾਸੇ ਪ੍ਰਗਟ ਸਿੰਘ ਹੋਰਾਂ ਦੀ ਵੀ ਗੱਲ ਕਰੀਏ, ਉਹਨਾਂ ਨੇ ਵੀ ਚੇਤਾਵਨੀ ਦਿੱਤੀ ਹੈ ਵੀ ਕਿਤੇ ਨਾ ਕਿਤੇ ਉਹ ਵੀ ਨਾ ਖੁਸ਼ ਨੇ ਕਾਰਪੋਰੇਸ਼ਨ ਦੇ ਕੰਮਾਂ ਨੂੰ ਲੈ ਕੇ। ਤੁਹਾਡਾ ਕੀ ਅੱਜ ਹੋਇਆ? ਦੇਖੋ, ਗੱਲ ਹੈ ਕਿ ਮੇਰੀ ਨਿੱਜੀ ਤੌਰ ਦੇ ਉੱਤੇ ਨਗਰ ਨਿਗਮ 'ਚ ਕਿਸੇ ਵੀ ਆਫੀਸਰ ਨਾਲ ਜਾਂ ਸਾਡੇ ਨਗਰ ਨਿਗਮ ਦੇ ਮੇਅਰ ਨਾਲ ਕਿਸੇ ਤਰ੍ਹਾਂ ਦੀ ਵੀ ਕੋਈ ਨਿੱਜੀ ਰੰਜਿਸ਼ ਜਾਂ ਨਿੱਜੀ ਕੋਈ ਦੁਸ਼ਮਣੀ ਨਹੀਂ ਹੈ। ਇਹ ਲੋਕ ਹਿੱਤਾਂ ਦੀ ਗੱਲ ਹੈ। ਦੇਖੋ, ਮੇਰਾ ਕਾਲਾ ਸੰਘਿਆ ਜਿਹੜੀ ਡਰੇਨ ਹੈ ਉਹਦੇ ਉੱਤੇ ਕੁਝ ਮੇਰੇ ਇਲਾਕੇ ਪੈਂਦੇ ਆ ਜਿਨ੍ਹਾਂ 'ਚ ਪਿਛਲੇ 4-6 ਮਹੀਨੇ ਤੋਂ ਲਗਾਤਾਰ ਗੰਦਾ ਪਾਣੀ ਖੜਾ। ਮੈਂ ਤੁਹਾਨੂੰ ਇਹਨਾਂ ਗੰਦੇ ਪਾਣੀ ਦੀ ਜਿਹੜੀ ਵੀਡੀਓ ਹੈ ਉਹ ਵੀ ਮੈਂ ਤੁਹਾਨੂੰ ਇਹ ਦਿਖਾ ਸਕਦਾ ਕਿ ਕਿਸ ਤਰੀਕੇ ਦੇ ਨਾਲ ਤੁਸੀਂ ਦੇਖ ਸਕਦੇ ਹੋ ਕਿ ਪਾਰਕਾਂ ਦੇ ਵਿੱਚ, ਗਲੀਆਂ ਦੇ ਵਿੱਚ ਜਿਹੜਾ ਗੰਦਾ ਪਾਣੀ ਹੈ, ਜਿੱਥੇ ਲੋਕਾਂ ਨੇ ਰਹਿਣਾ, ਬੈਠਣਾ, ਉੱਠਣਾ, ਉੱਥੇ ਬਦਬੂਦਾਰ ਸਮੈਲ ਵਾਲਾ ਪਾਣੀ, ਜਿਹੜਾ ਗੰਦਾ ਪਾਣੀ ਸੀਵਰੇਜ ਦਾ, ਉਹ ਲਗਾਤਾਰ ਜਿਹੜਾ ਲੋਕਾਂ ਦੇ ਮੁਹੱਲਿਆਂ 'ਚ ਫਿਰ ਰਿਹਾ। ਮੇਨ ਰੋਡ ਹੈ ਜਿਹੜੀ, ਉਹਦੇ ਉੱਤੇ 2.5 3 ਫੁੱਟ ਜਿਹੜਾ ਪਾਣੀ ਹੈ, ਉਹ ਗੰਦਾ ਪਾਣੀ ਜਿਹੜਾ ਰੋਡ ਦੇ ਉੱਤੇ ਖੜਾ ਹੈ। ਇਸ ਤੋਂ ਇਲਾਵਾ ਹੋਰ ਬਹੁਤ ਸਾਰੇ ਮੁਹੱਲੇ ਹੈ। ਜੇ ਮੈਂ ਗੱਲ ਕਰਾਂ ਬਸਤੀਆਂ ਦੇ ਅੰਦਰਲੇ ਮੁਹੱਲਿਆਂ ਦੀ ਗੱਲ ਕਰਾਂ, ਉਹਨਾਂ ਵਿੱਚ ਵੀ ਕਾਫੀ ਜਗ੍ਹਾ ਇਹ ਦਿੱਕਤਾਂ ਆ ਰਹੀਆਂ। ਔਰ ਕਿਉਂਕਿ ਸਫਾਈ ਨੂੰ ਲੈ ਕੇ ਜੇ ਮੈਂ ਗੱਲ ਕਰਾਂ ਕਿ ਸੁਪਰ ਸਕਸ਼ਨ ਮਸ਼ੀਨਾਂ ਦੀ ਜਿਹੜੀ ਸਫਾਈ ਹੈ ਉਹ ਪ੍ਰੋਪਰ ਤਰੀਕੇ ਨਾਲ ਜੋ ਮੈਂ ਚਾਹੁੰਦਾ ਸੀ ਉਸ ਤਰੀਕੇ ਨਾਲ ਨਹੀਂ ਹੋ ਰਹੀ। ਬੜੀ ਵਾਰੀ ਨਗਰ ਨਿਗਮ ਕਮਿਸ਼ਨਰ ਨਾਲ ਵੀ ਮੀਟਿੰਗਾਂ ਹੋਈਆਂ, ਮੇਅਰ ਸਾਹਿਬ ਦੇ ਨਾਲ ਵੀ ਮੀਟਿੰਗਾਂ ਹੋਈਆਂ, ਉਹਨਾਂ ਦੇ ਧਿਆਨ 'ਚ ਗੱਲਾਂ ਲੈਂਦੀਆਂ ਗਈਆਂ। ਪਰ ਜਦੋਂ ਲੋਕਾਂ ਦਾ ਆਕਰੋਸ਼ ਇੰਨਾ ਜ਼ਿਆਦਾ ਵੱਧ ਜਾਏਗਾ, ਜਦੋਂ ਲੋਕ ਇੰਨੇ ਜ਼ਿਆਦਾ ਮੁਸੀਬਤ ਦੇ ਵਿੱਚ ਹੋਣਗੇ, ਤਾਂ ਕਿਤੇ ਨਾ ਕਿਤੇ ਜਿਹੜਾ ਲੋਕਾਂ ਦਾ ਗੁੱਸਾ ਆ ਉਹ ਜ਼ਰੂਰ ਕਿਸੇ ਨਾ ਕਿਸੇ ਰੂਪ ਦੇ ਵਿੱਚ ਫੁੱਟ ਕੇ ਸਾਹਮਣੇ ਆਉਂਦਾ। ਪਰ ਰਿੰਕੂ ਜੀ, ਤੁਹਾਨੂੰ ਨਹੀਂ ਲੱਗਦਾ ਕਿ ਕੰਟੇਨਮੈਂਟ ਜ਼ੋਨ ਚਾਹੁੰਦੀਆਂ ਬਸਤੀਆਂ, ਤੇ ਜੇ ਬਸਤੀਆਂ ਦੇ ਹਾਲ ਹੋਣਗੇ ਤੇ ਲੋਕ ਕਿਸ ਪਾਸੇ ਜਾਣਗੇ? ਤੇ ਤੁਹਾਡੀਆਂ ਮੀਟਿੰਗ ਤੁਸੀਂ ਆਪ ਜ਼ਿਕਰ ਕੀਤਾ ਕਿ 12ਵਾਂ ਮੀਟਿੰਗਸ ਹੁੰਦੀਆਂ ਨੇ, ਤੇ ਫਿਰ ਕਾਰਪੋਰੇਸ਼ਨ ਕਿੱਥੇ ਢਿੱਲ ਛੱਡ ਰਹੀ ਹੈ? ਦੇਖੋ, ਜਿਹੜੀ ਬੇਸਿਕ ਜਿਹੜੀ ਨੀਡ ਹੈ ਅੱਜ ਹਰ ਇੱਕ ਇਨਸਾਨ ਦੀ, ਉਹ ਹੈ ਸਾਫ਼ ਸਫਾਈ।
ਉਹਦੇ ਆਲੇ ਦੁਆਲੇ ਵੀ, ਉਹਦੇ ਘਰ ਦੇ ਵਿੱਚ ਵੀ ਅੱਜ ਬੇਸਿਕ ਇਸ ਨੀਡ ਦੀ ਜ਼ਰੂਰਤ ਹੈ, ਕਿਉਂਕਿ ਅਸੀਂ ਪਿਛਲੇ ਬਹੁਤ ਲੰਬੇ ਸਮੇਂ ਤੋਂ ਸੈਨੀਟਾਈਜੇਸ਼ਨ ਕਰਾ ਰਹੇ ਹਾਂ, ਹੋਰ ਕਈ ਤਰ੍ਹਾਂ ਦੀਆਂ ਜਿਹੜੀਆਂ ਚੀਜ਼ਾਂ ਕੋਵਿਡ-19 ਨੂੰ ਲੈ ਕੇ ਕਿ ਇਹ ਫੈਲੇ ਨਾ, ਉਹ ਸਰਕਾਰ ਦੁਆਰਾ ਜਿਹੜੇ ਉਹਦੇ ਉਪਰਾਲੇ ਕੀਤੇ ਜਾ ਰਹੇ, ਔਰ ਲਗਾਤਾਰ ਕੈਪਟਨ ਅਮਰਿੰਦਰ ਸਿੰਘ ਜੀ ਰੋਜ਼ ਕੋਈ ਨਾ ਕੋਈ ਨਵੀਂ ਇਹੋ ਜਿਹੀ ਜਿਹੜੀ ਨੀਤੀ ਹੈ ਉਹ ਪੰਜਾਬ ਦੇ ਲੋਕਾਂ ਦੇ ਲਈ, ਉਹਨਾਂ ਦੇ ਵੈਲਫੇਅਰ ਦੇ ਲਈ ਕੋਈ ਨਾ ਕੋਈ ਨਵੀਂ ਜਿਹੜੀ ਹੈ ਆਰਡਰ ਹੈ ਉਹਨਾਂ ਵੱਲ ਜਾਰੀ ਹੁੰਦੇ ਆ, ਤਾਂ ਕਿ ਇਹ ਜਿਹੜਾ ਕੋਵਿਡ-19 ਹੈ, ਇਹ ਕੋਵਿਡ-19 ਜਿਹੜਾ ਉਹ ਜ਼ਿਆਦਾ ਵੱਧ ਨਾ ਸਕੇ, ਉਹਦੇ ਉੱਤੇ ਨਕੇਲ ਪਾਈ ਜਾਵੇ। ਪਰ ਉਹਦੇ ਵਿੱਚ ਕਿਤੇ ਨਾ ਕਿਤੇ ਸਾਡੇ ਨਗਰ ਨਿਗਮ ਦੀ ਜਿਹੜੀ ਕਾਰਜ ਪ੍ਰਣਾਲੀ ਹੈ ਉਹਦੇ ਉੱਤੇ ਕੁਐਸਚਨ ਮਾਰਕ ਹੈ ਜਿਹੜਾ ਉਹ ਲੱਗਦਾ ਆ ਰਿਹਾ। ਔਰ ਕਿਉਂਕਿ ਜੋ ਬੇਸਿਕ ਫੈਸਿਲਿਟੀਜ਼ ਦੀ ਗੱਲ ਹੈ, ਅੱਜ ਸ਼ਹਿਰੀ ਹੈ ਜਿਹੜਾ, ਹਰ ਇੱਕ ਸ਼ਹਿਰੀ ਨੂੰ ਸਾਡੇ ਉੱਤੇ ਬੜੀ ਵੱਡੀ ਆਸ ਹੈ ਕਿ ਅਸੀਂ ਜਿਹੜਾ ਕਿ ਇਹ ਜਿਹੜੇ ਕੰਮ ਹੈ, ਹਰ ਇੱਕ ਦੀ ਸੋਚ ਹੈ, ਹਰ ਇੱਕ ਚਾਹੁੰਦਾ ਕਿ ਇਹਦਾ ਕੰਮ ਹੋਣਾ ਚਾਹੀਦਾ, ਪਰ ਉਹ ਕੰਮ ਨਾ ਹੋਣ ਕਰਕੇ ਜਿਹੜੇ ਲੋਕਾਂ ਦਾ ਕਰੋਸ਼ ਆ ਉਹ ਜਿਹੜਾ ਲਗਾਤਾਰ ਵੱਧ ਰਿਹਾ। ਪਰ ਇਹ ਸਾਰੇ ਜਿਹੜੀ ਗੱਲ ਹੈ ਅਸੀਂ ਇਹਨੂੰ ਜਲਦ ਤੋਂ ਜਲਦ ਸਾਰੇ ਠੀਕ ਵੀ ਕਰਾਂਗੇ। ਪਰ ਜੇ ਮੇਅਰ ਸਾਹਿਬ ਦਾ ਸਵਾਲ ਦੀ ਗੱਲ ਕਰੀਏ ਤੇ ਮੇਅਰ ਸਾਹਿਬ ਨਾਲ ਤੁਹਾਡੀਆਂ ਬਾਰ-ਬਾਰ ਮੀਟਿੰਗਸ ਹੋ ਰਹੀਆਂ ਨੇ, ਪਰ ਜੇ ਗੱਲ ਕਰੀਏ ਚੋਣ ਵੀ ਤੁਸੀਂ ਕੀਤੀ ਸੀ ਸਾਰਿਆਂ ਨੇ ਰਲ ਕੇ ਉਹਨਾਂ ਦੀ। ਦੇਖੋ ਗੱਲ ਹੈ ਕਿ ਕੋਈ ਚੋਣ ਕੀਤੀ ਹੈ, ਕੋਈ ਗਲਤ ਕੰਮ ਨਹੀਂ ਕੀਤਾ। ਅਸੀਂ ਇਹੀ ਬਾਰ-ਬਾਰ ਅਪੀਲ ਕਰਦੇ ਹਾਂ ਕਿ ਸਾਰਾ ਸਿਸਟਮ ਚੈਨਲਾਈਜ਼ ਹੋਣਾ ਚਾਹੀਦਾ। ਹਰ ਇੱਕ ਕੰਮ ਹੈ ਜਿਹੜਾ ਉਹ ਸ਼ਹਿਰ ਨੂੰ ਲੈ ਕੇ ਜਿਹੜਾ ਨਗਰ ਨਿਗਮ ਦੇ ਨਾਲ ਮੁਤੱਲਕ ਹੈ ਉਹ ਜ਼ਰੂਰ ਹੋਣਾ ਚਾਹੀਦਾ। ਚੋਣ ਕੀਤੀ ਹੈ, ਲੋਕਾਂ ਦੀ ਆਵਾਜ਼ ਸੀ, ਉਹ ਆਵਾਜ਼ ਅਸੀਂ ਹਾਈ ਕਮਾਨ ਤੱਕ ਪਹੁੰਚਾਈ, ਹਾਈ ਕਮਾਨ ਨੇ ਸਾਡੀ ਆਵਾਜ਼ ਦੇ ਉੱਤੇ ਮੋਹਰ ਲਗਾਤੀ ਔਰ ਚੋਣ ਹੋ ਗਈ। ਪਰ ਚੋਣ ਹੋਣ ਤੋਂ ਬਾਅਦ ਜਿਹੜੇ ਲੋਕਾਂ ਦੀਆਂ ਗੱਲਾਂ ਉਹ ਪੂਰੀਆਂ ਜ਼ਰੂਰ ਹੋਣੀਆਂ ਚਾਹੀਦੀਆਂ। ਹੁਣ ਤੁਸੀਂ ਅੱਜ ਚੇਤਾਵਨੀ ਦਿੱਤੀ, ਕੀ ਲੱਗਦਾ ਕਿ ਕਿੰਨੇ ਟਾਈਮ ਤੱਕ ਜਿਹੜੀ ਤੁਹਾਡੀ ਜਿਹੜਾ ਇੱਧਰਲੀ ਸਾਈਡ ਦਾ ਕੰਮ ਹੈ ਉਹ ਪੂਰਾ ਹੋਣਾ ਸ਼ੁਰੂ ਹੋ ਜਾਏਗਾ? ਦੇਖੋ ਇਹ ਤਾਂ ਤੁਸੀਂ, ਮੇਰਾ ਕੰਮ ਸੀ ਉਹ ਮੈਂ ਕਰ ਦਿੱਤਾ। ਹੁਣ ਤੁਸੀਂ ਇਹ ਕੁਐਸਚਨ ਹੈ ਜਿਹੜਾ ਕੰਸਰਨ ਜਿਹੜੇ ਆਫੀਸਰ ਹੈ ਜਾਂ ਜਿਹੜੇ ਕੰਸਰਨ ਜ਼ਿੰਮੇਵਾਰ ਪਰਸਨ ਹੈ, ਤੁਸੀਂ ਉਹਨਾਂ ਤੋਂ ਇਹ ਸਵਾਲ ਪੁੱਛੋ ਕਿ ਉਹ ਕੀ ਕਰਨਗੇ, ਉਹਨਾਂ ਦੀ ਕੀ ਪਾਲਿਸੀ ਹੈ। ਜੇ ਦੇਖੋ ਮੈਨੂੰ ਕੋਈ ਸ਼ਹਿਰ ਦੇ ਵਿੱਚ ਵਿਰੋਧ ਕਰਨ ਦੀ ਜਾਂ ਮੈਨੂੰ ਇਹਦੀ ਲੋੜ ਕਿਉਂ ਪਈ? ਜੇ ਲੋਕਾਂ ਦੇ ਕੰਮ ਠੀਕ ਹੋਈ ਜਾਣਗੇ ਅਸੀਂ ਐਪਰੀਸ਼ੀਏਟ ਵੀ ਕਰਾਂਗੇ, ਪੂਰੇ ਤਰੀਕੇ ਨਾਲ ਐਪਰੀਸ਼ੀਏਟ ਕਰਾਂਗੇ। ਤਾਂ ਮੈਂ ਇਹੀ ਤੁਹਾਡੇ ਮਾਧਿਅਮ ਤੋਂ ਵੀ ਬੇਨਤੀ ਕਰਨਾ ਚਾਹੁੰਦਾ ਕਿ ਇਹ ਸਵਾਲ ਹੈ ਜਿਹੜਾ ਅਗਲਾ ਤੁਸੀਂ ਉਹਨਾਂ ਤੋਂ ਪੁੱਛੋ ਕਿ ਅਗਲੇ ਸਵਾਲ ਦੀ ਤੁਸੀਂ ਰਿੰਕੂ ਜੀ ਗੱਲ ਕਰ ਰਹੇ ਹੋ ਕਿ ਉਹਨਾਂ ਤੋਂ ਪੁੱਛੋ। ਤੁਸੀਂ ਚੇਤਾਵਨੀ ਦਿੱਤੀ ਹੈ ਤੇ ਅਗਲੀ ਰਣਨੀਤੀ ਕੀ ਰਹੇਗੀ ਜੇ ਤੁਹਾਡੀ ਗੱਲ ਨਹੀਂ ਮੰਨੀ ਜਾਂਦੀ ਜਾਂ ਕੰਮ ਨਹੀਂ ਪੂਰਾ ਹੁੰਦਾ? ਅਗਲੀ ਰਣਨੀਤੀ ਜੋ ਮੈਂ ਕਿਹਾ ਉਹੀ ਰਹੇਗੀ ਜੀ। ਹਾਂ, ਫਿਰ ਉਸ ਵੇਲੇ ਤੁਸੀਂ ਦੇਖ ਲਿਓ ਰਣਨੀਤੀ ਕੀ ਹੁੰਦੀ ਹੈ। ਪਰ ਮੈਂ ਚਾਹਾਂਗਾ ਕਿ ਇਸ ਤਰ੍ਹਾਂ ਦੀਆਂ ਨੌਬਤਾਂ ਸ਼ਹਿਰ ਦੇ ਲਈ ਨਾ ਆਉਣ। ਇਹ ਸ਼ਹਿਰ ਦੇ ਵੈਲਫੇਅਰ 'ਚ ਨਹੀਂ ਹੈ, ਲੋਕਾਂ ਦੇ ਵੈਲਫੇਅਰ 'ਚ ਨਹੀਂ ਹੈ ਕਿ ਅਸੀਂ ਕਿਸੇ ਤਰ੍ਹਾਂ ਦਾ ਵਿਰੋਧ, ਧਰਨੇ ਜਾਂ ਇਸ ਤਰੀਕੇ ਦੀ ਗੱਲ ਕਰੀਏ। ਮੇਰਾ ਖਿਆਲ ਹੈ ਕਿ ਜਿਹੜਾ ਮਾਮਲਾ ਆ ਲੋਕਾਂ ਦੀ ਬੇਸਿਕ ਜ਼ਰੂਰਤ ਹੈ, ਇਹ ਤਾਂ ਵੈਸੇ ਹੀ ਜਿਹੜੀ ਰੂਟੀਨ ਦੀ ਗੱਲ ਹੈ ਤਾਂ ਵੈਸੇ ਹੀ ਹੱਲ ਹੋਣੀ ਚਾਹੀਦੀ ਹੈ। ਬਾਕੀ ਜਿਹੜੇ ਜ਼ਿੰਮੇਵਾਰ ਲੋਕ ਬੈਠੇ ਉਹ ਤੁਹਾਨੂੰ ਬਿਹਤਰ ਦੱਸ ਸਕਦੇ ਇਹਦੇ 'ਤੇ। ਰਿੰਕੂ ਜੀ, ਜਿਹੜਾ ਹੁਣੇ ਕੇਂਦਰ ਸਰਕਾਰ ਵੱਲੋਂ ਇੱਕ ਐਲਾਨ ਕਰ ਦਿੱਤਾ ਗਿਆ ਕਿ ਵਿਚੋਲਗਿਰੀ ਜਿਹੜੀ ਖਤਮ ਹੋ ਜਾਏਗੀ, ਪਰ ਜਿਹੜੀ ਸਟੇਟ ਗਵਰਨਮੈਂਟ ਦੇ ਕੋਲ ਐਕਟ ਹੈ ਕਿਸਾਨਾਂ ਨੂੰ ਲੈ ਕੇ ਉਸੇ ਤਰ੍ਹਾਂ ਰਹੇਗਾ, ਪਰ ਕਿਸਾਨ ਨਾ ਖੁਸ਼ ਨਜ਼ਰ ਆ ਰਹੇ ਨੇ ਤੇ ਕਾਂਗਰਸ ਹਮੇਸ਼ਾ ਕਿਸਾਨਾਂ ਦੀ ਹਮਾਇਤ ਕਰਦੀ ਹੈ। ਤੇ ਇਸ ਵਾਰ ਕੀ ਕਾਰਨ ਹੈ ਕਿ ਜਿਹੜੀ ਅੱਜ ਤੁਹਾਨੂੰ ਵੀ ਲੱਗ ਰਿਹਾ ਕਾਂਗਰਸ ਸਰਕਾਰ ਨੂੰ ਵੀ ਕਿ ਕੇਂਦਰ ਸਰਕਾਰ ਕਿਤੇ ਨਾ ਕਿਤੇ ਕਿਸਾਨਾਂ ਵਿਰੋਧੀ ਹੋ ਰਹੀ ਹੈ ਤੇ ਅਕਾਲੀ ਦਲ ਉਹਦੇ ਤੇ ਸਟੈਂਡ ਲੈ ਰਹੀ ਹੈ? ਦੇਖੋ ਗੱਲ ਹੈ ਕਿ ਪੰਜਾਬ ਦਾ ਜਿਹੜਾ ਕਿਸਾਨ ਆ ਇਹ ਦੇਸ਼ ਦਾ ਅੰਨਦਾਤਾ ਹੈ। ਦੇਸ਼ ਦੇ ਜਿਹੜੇ ਅੰਨ ਦੇ ਭੰਡਾਰ ਹੈ ਇਹ ਪੰਜਾਬ ਦਾ ਜਿਹੜਾ ਕਿਸਾਨ ਹੈ ਉਹ ਆਪਣੀ ਮਿਹਨਤ ਦੇ ਨਾਲ ਭਰਦਾ। ਔਰ ਕੈਪਟਨ ਅਮਰਿੰਦਰ ਸਿੰਘ ਔਰ ਪੰਜਾਬ ਸਰਕਾਰ ਹੈ ਜਿਹੜੀ ਉਹ ਕਿਸਾਨਾਂ ਦੇ ਲਈ ਅਸੀਂ ਪੂਰੇ ਤਰੀਕੇ ਨਾਲ ਖੜੇ ਹਾਂ। ਪਿਛਲੇ ਦਿਨੀ ਜਿਹੜਾ ਟਿਊਬਲਾਂ ਦੀ ਜਿਹੜੇ ਬਿਜਲੀ ਬਿੱਲਾਂ ਦਾ ਮਾਮਲਾ ਸੀ ਉਹ ਵੀ ਕੈਪਟਨ ਅਮਰਿੰਦਰ ਸਿੰਘ ਜੀ ਨੇ ਐਜ਼ ਇਟ ਇਜ਼ ਜੋ ਪਿਛਲਾ ਸਾਰਾ ਚੱਲਦਾ ਆ ਰਿਹਾ ਉਹਨੂੰ ਦੁਬਾਰਾ ਕੰਟੀਨਿਊ ਕੀਤਾ ਕਿ ਕਿਸਾਨਾਂ ਨੂੰ ਜਿਹੜੇ ਹੈ ਉਹ ਬਿਜਲੀ ਦੇ ਬਿੱਲ ਜਿਹੜੇ ਆ, ਗਰੀਬ ਕਿਸਾਨ ਆ ਉਹਨਾਂ ਨੂੰ ਬਿਜਲੀ ਦੇ ਜਿਹੜੇ ਬਿੱਲ ਆ ਉਹ ਨਹੀਂ ਲੱਗਣਗੇ। ਹੁਣ ਵੀ ਸਾਡੀ ਪਾਰਟੀ ਜਿਹੜੀ ਉਹ ਕਿਸਾਨਾਂ ਦੇ ਨਾਲ ਅਸੀਂ ਪੂਰੇ ਟੋਕ ਕੇ ਖੜੇ ਹਾਂ ਔਰ ਜੋ ਸਾਡੇ ਕਿਸਾਨ ਭਾਈਚਾਰੇ ਦੀ ਜੋ ਵਿਚਾਰ ਹੈ, ਜੋ ਉਹ ਚਾਹੁੰਦੇ ਆ, ਉਸੇ ਤਰੀਕੇ ਨਾਲ ਜਿਹੜੀ ਕਾਂਗਰਸ ਪਾਰਟੀ ਉਹ ਸਟੈਂਡ ਲਏਗੀ ਜੀ। ਪਰ ਕੀ ਲੱਗਦਾ ਹੈ ਕਿ ਇਹ ਕਿਤੇ ਨਾ ਕਿਤੇ ਕੇਂਦਰ ਸਰਕਾਰ ਨੇ ਗਲਤ ਡਿਸੀਜਨ ਲਿਆ? ਦੇਖੋ ਗੱਲ ਹੈ ਕਿ ਕੇਂਦਰ ਸਰਕਾਰ ਨੂੰ ਇਸ ਵੇਲੇ ਜਿਹੜੀਆਂ ਕੋਵਿਡ ਦੇ ਦੌਰਾਨ ਚੱਲ ਰਹੀਆਂ ਜਿਹੜੀਆਂ ਲੋਕਾਂ ਦੀਆਂ ਭਾਵਨਾਵਾਂ ਇਹ ਮਹਿਸੂਸ ਕਰਨੀਆਂ ਚਾਹੀਦੀਆਂ। ਕੇਂਦਰ ਸਰਕਾਰ ਨੇ 20 ਲੱਖ ਕਰੋੜ ਦਾ ਪੈਕੇਜ ਅਨਾਉਂਸ ਕੀਤਾ, ਪਰ ਉਹ ਪੈਕੇਜ ਕਿਤੇ ਵੀ ਗ੍ਰਾਸ ਰੂਟ ਤੇ ਸਾਨੂੰ ਨਜ਼ਰ ਨਹੀਂ ਆ ਰਿਹਾ ਕਿ
ਤੁਸੀਂ ਸਾਡੇ ਮੁੱਖ ਮੰਤਰੀ ਸਾਹਿਬ ਨੇ ਵੀ ਕਈ ਵਾਰੀ ਪ੍ਰਧਾਨ ਮੰਤਰੀ ਜੀ ਨੂੰ ਜਾਂ ਉਹਨਾਂ ਦੇ ਜਿਹੜੇ ਵਿੱਤ ਮੰਤਰੀ ਆ ਉਹਨਾਂ ਨੂੰ ਕਈ ਵਾਰ ਚਿੱਠੀਆਂ ਲਿਖੀਆਂ ਕਿ ਜੋ ਪੰਜਾਬ ਦਾ ਜੋ GST ਦਾ ਜਾਂ ਹੋਰ ਟੈਕਸਾਂ ਦਾ ਜਿਹੜਾ ਬਕਾਇਆ ਬੰਦਾ ਉਹ ਕਰੀਬ 46-4700 ਕਰੋੜ ਆ। ਤੁਸੀਂ ਡਿਜ਼ਾਸਟਰ ਦੇ ਤਾਂ ਫੰਡ ਹਜੇ ਤੱਕ ਰਿਲੀਜ਼ ਨਹੀਂ ਕੀਤੇ, ਘੱਟੋ ਘੱਟ ਇਹ ਜਿਹੜੇ ਪੈਸੇ ਆ ਇਹ ਤਾਂ ਘੱਟੋ ਘੱਟ ਜਿਹੜੇ ਆ ਪੰਜਾਬ ਦਾ ਜਿਹੜਾ ਬੰਦਾ ਹੱਕ ਸਾਨੂੰ ਦੇਣਾ ਚਾਹੀਦਾ। ਪਰ ਮੈਂ ਸਮਝਦਾ ਕਿ ਕਿਸਾਨਾਂ ਦੀ ਜਿਹੜੀ ਗੱਲ ਹੈ, ਕਿਉਂਕਿ ਪੰਜਾਬ ਦੇ ਵਿੱਚ ਕੈਪਟਨ ਅਮਰਿੰਦਰ ਸਿੰਘ ਜਦੋਂ ਪਿਛਲੀ ਟੈਨਿਓਰ ਦੇ ਵਿੱਚ ਮਿਨਿਸਟਰ ਸੀਗੇ ਤਾਂ ਉਹਨਾਂ ਨੇ ਕਿਸਾਨਾਂ ਦੇ ਹੱਕ ਦੇ ਵਿੱਚ ਬਹੁਤ ਵੱਡਾ ਸਟੈਂਡ ਲੈ ਕੇ SYL ਦਾ ਜਿਹੜਾ ਪਾਣੀ ਹੈ ਉਹ ਪੰਜਾਬ ਦੇ ਕਿਸਾਨਾਂ ਦੇ ਲਈ ਉਹਨਾਂ ਨੇ ਰਾਖਵਾਂ ਰੱਖਿਆ ਔਰ ਕੈਪਟਨ ਅਮਰਿੰਦਰ ਸਿੰਘ ਨੂੰ ਪਾਣੀਆਂ ਦਾ ਰਾਖਾ ਕਹਿ ਕੇ ਅੱਜ ਪੰਜਾਬ ਦੇ ਵਿੱਚ ਬੁਲਾਇਆ ਜਾਂਦਾ ਔਰ ਅਸੀਂ ਕਿਸਾਨਾਂ ਦੇ ਲਈ ਜੋ ਬਿਹਤਰ ਸਟੈਂਡ ਹੈ ਉਹ ਸਾਡੀ ਪਾਰਟੀ ਹੈ ਜਿਹੜੀ ਜ਼ਰੂਰ ਉਹ ਉਹਨਾਂ ਦੇ ਹੱਕ ਦੇ ਵਿੱਚ ਲਏਗੀ। ਜੀ, ਪਰ ਕੀ ਲੱਗਦਾ ਨਹੀਂ ਕਿ ਅਕਾਲੀ ਦਲ ਨੂੰ ਇਸ ਤੇ ਬੋਲਣਾ ਚਾਹੀਦਾ ਸੀ? ਅਕਾਲੀ ਦਲ ਤਾਂ ਇੱਕ ਪਾਸੇ ਡਾਕਟਰ ਦਲਜੀਤ ਸਿੰਘ ਚੀਮਾ ਇਹ ਸਟੇਟਮੈਂਟ ਦਿੰਦੇ ਨੇ ਕਿ ਸਾਡਾ ਕਿਸਾਨਾਂ ਨਾਲ 9 ਮਾਸ ਦਾ ਰਿਸ਼ਤਾ ਹੈ, ਤੇ ਅੱਜ 9 ਮਾਸ ਦਾ ਰਿਸ਼ਤਾ ਕਿੱਥੇ ਗਿਆ? ਦੇਖੋ, ਗੱਲ ਹੈ ਕਿ ਗੱਲਾਂ ਕਰਨ ਨੂੰ ਹੋਰ ਹੁੰਦੀਆਂ, ਲਾਗੂ ਕਰਨ ਨੂੰ ਹੋਰ ਹੁੰਦੀਆਂ। ਅੱਜ ਬੇਸ਼ੱਕ ਪੰਜਾਬ ਦਾ ਕਿਸਾਨ ਹੈ ਜਿਹੜਾ ਪੈਲੀਆਂ ਦੇ ਵਿੱਚ ਰਹਿ ਕੇ ਕੰਮ ਕਰਦਾ, ਪਰ ਅੱਜ ਕਿਸਾਨ ਹੈ ਜਿਹੜਾ ਪੂਰਾ ਸੋਸ਼ਲ ਮੀਡੀਆ ਰਾਹੀਂ ਪੂਰਾ ਜਾਗਰੂਕ ਹੈ ਔਰ ਆਪਣੀ ਜਿਹੜੀ ਹੱਕ ਦੀ ਗੱਲ ਹੈ ਉਹ ਸਰਕਾਰ ਤੱਕ ਪਹੁੰਚਾਉਣੀ ਹੈ ਜਿਹੜੀ ਉਹਨਾਂ ਨੂੰ ਬਿਹਤਰ ਆਉਂਦੀ ਹੈ। ਪਿਛਲੇ ਸਮੇਂ 'ਚ ਵੀ ਆਪਣੀਆਂ ਗੱਲਾਂ ਪਹੁੰਚਾਉਂਦੇ ਸੀ, ਪਰ ਅੱਜ ਵੀ ਇਹ ਆਉਣ ਵਾਲਾ ਸਮਾਂ ਹੀ ਦੱਸੇਗਾ ਕਿ ਕਿਹੜੀ ਪਾਰਟੀ ਕਿਸਾਨਾਂ ਦੇ ਹੱਕ 'ਚ ਖੜਦੀ ਹੈ ਔਰ ਕਿਹੜੀ ਉਹਨਾਂ ਦੇ ਖਿਲਾਫ ਸਟੈਂਡ ਲੈਂਦੀ ਹੈ। ਇਹਦਾ ਜਿਹੜਾ ਖਮਿਆਜਾ ਆ ਇਹ ਜ਼ਰੂਰ ਉਹਨਾਂ ਨੂੰ ਭੁਗਤਣਾ ਪਏਗਾ ਜੋ ਕਿਸਾਨਾਂ ਦਾ ਵਿਰੋਧ ਕਰੇਗਾ ਪੰਜਾਬ 'ਚ। ਕੀ ਤੁਹਾਨੂੰ ਕੀ ਲੱਗਦਾ ਕਿ ਕੈਪਟਨ ਸਾਹਿਬ ਨੇ ਜਿਹੜੀ ਕਾਂਗਰਸ ਸਰਕਾਰ ਆ ਉਹਨੇ COVID-19 ਨੂੰ ਲੈ ਕੇ ਪੰਜਾਬ 'ਚ ਕਾਰਗੁਜ਼ਾਰੀ ਸਹੀ ਨਿਭਾਈ ਹੈ? ਦੇਖੋ, ਕੋਵਿਡ ਨੂੰ ਲੈ ਕੇ ਕੈਪਟਨ ਅਮਰਿੰਦਰ ਸਿੰਘ ਜੀ ਦੀ ਜਿਹੜੀ ਪਾਲਿਸੀ ਹੈ ਉਹਦੀ ਅੱਜ ਵਰਲਡ ਵਾਈਡ ਜਿਹੜੀ ਹੈ ਪ੍ਰਸ਼ੰਸਾ ਹੋ ਰਹੀ ਹੈ। ਬਹੁਤ ਸਾਰੇ ਸਾਡੇ ਸਾਥੀ ਜਿਹੜੇ ਵਿਦੇਸ਼ਾਂ ਦੇ ਵਿੱਚ ਬੈਠੇ, ਮੇਰੀ ਕੱਲ੍ਹ ਵੀ ਕੈਨੇਡਾ ਦੇ ਵਿੱਚ ਟੋਰਾਂਟੋ 'ਚ ਗੱਲ ਹੋ ਰਹੀ ਸੀ, ਮੇਰੇ ਉੱਥੇ ਦੋਸਤ ਬੈਠੇ ਆ, ਉਹਨਾਂ ਨੂੰ ਵੀ ਮਤਲਬ ਫੋਰਨ ਤੱਕ ਵੀ ਇਹ ਮੈਸੇਜ ਹੈ ਕਿ ਕੈਪਟਨ ਅਮਰਿੰਦਰ ਸਿੰਘ ਨੇ ਸਖਤੀ ਦੇ ਨਾਲ, ਦੇਖੋ ਲੋਕਾਂ ਨੂੰ ਦਿੱਕਤਾਂ ਵੀ ਬਹੁਤ ਹੋ ਰਹੀਆਂ, ਟ੍ਰੈਫਿਕ ਦੀ ਜਿਹੜੀ ਸਖਤੀ ਹੋਈ ਹੈ, ਜਿਹੜੀ ਨਵੇਂ ਮਾਸਕ ਦੀ ਸਖਤੀ ਹੋਈ ਹੈ, ਇਹਦੇ ਨਾਲ ਆਮ ਪਬਲਿਕ ਨੂੰ ਦਿੱਕਤਾਂ ਵੀ ਬਹੁਤ ਆ, ਪਰ ਇਹ ਸਾਡੇ ਲਈ ਹੋ ਰਿਹਾ ਸਾਰਾ। ਜਿੰਨੀਆਂ ਵੀ ਪਾਲਿਸੀਆਂ ਲਾਗੂ ਹੁੰਦੀਆਂ, ਚਾਹੇ ਉਹ ਕੁਆਰੰਟੀਨ ਪਾਲਿਸੀ ਹੋਵੇ, ਚਾਹੇ ਲੋਕਾਂ ਨੂੰ ਹਸਪੀਟਲ ਤੱਕ ਲਿਜਾਣਾ, ਚਾਹੇ ਘਰਾਂ ਦੇ ਵਿੱਚ ਕੁਆਰੰਟੀਨ ਕਿੰਨਾ ਸਖਤੀ ਦੇ ਨਾਲ, ਕਰਫਿਊ ਜਿਹੜਾ ਲਾਗੂ ਸਖਤੀ ਦੇ ਨਾਲ ਕੀਤਾ, ਇਹ ਸਿਰਫ ਤੇ ਸਿਰਫ ਇਸੇ ਲਈ ਮੈਂ ਸਮਝਦਾ ਕਿ ਸਾਡੇ ਬਹੁਤ ਸਾਰੇ ਸੂਬੇ ਤੁਸੀਂ ਦੇਖੋ ਕਿ ਹਾਲੇ ਕਿ ਪੰਜਾਬ ਜਿਹੜਾ ਸਾਡਾ NRI ਬੈਲਟ ਹੈ, ਹਜ਼ਾਰਾਂ ਦੀ ਤਾਦਾਦ ਦੇ ਵਿੱਚ ਜਿਹੜੇ ਸਾਡੇ NRI ਵੀਰ ਆ ਉਹ ਬਾਹਰੋਂ ਇੱਥੇ ਮੂਵ ਕੀਤੇ ਸੀ ਪਿਛਲੇ ਸਮੇਂ ਦੇ ਵਿੱਚ, ਪਰ ਜੇ ਉਸ ਲਿਹਾਜ਼ੇ ਨਾਲ ਦੇਖਿਆ ਜਾਵੇ ਤਾਂ ਪੰਜਾਬ ਦੂਸਰੀਆਂ ਸੂਬਿਆਂ ਨਾਲੋਂ ਹਜੇ ਕਾਫੀ ਸੁਰੱਖਿਅਤ ਹੈ ਔਰ ਇਹ ਸਭ ਕੁਝ ਜਿਹੜਾ ਕੈਪਟਨ ਅਮਰਿੰਦਰ ਸਿੰਘ ਜੀ ਦੀ ਸੋਚ, ਉਹਨਾਂ ਦੀ ਸੂਝ-ਬੂਝ ਸਦਕਾ ਜਿਹੜਾ ਇਹ ਹੋ ਸਕਿਆ। ਪਰ ਰਿੰਕੂ ਜੀ, ਤੁਹਾਨੂੰ ਨਹੀਂ ਲੱਗਦਾ ਕਿ ਕੈਪਟਨ ਸਾਹਿਬ ਕਿਤੇ ਨਾ ਕਿਤੇ ਆਪਣੇ ਫੈਸਲਿਆਂ 'ਚ ਕਨਫਿਊਜ਼ਨ ਦੇ ਵਿੱਚ ਆ ਜਾਂਦੇ ਨੇ? ਉਹਨਾਂ ਨੂੰ ਸਮਝ ਨਹੀਂ ਆਉਂਦੀ ਕਿ ਕਿਹੜਾ ਫੈਸਲਾ ਲੈਂਦੇ ਨੇ ਫਟਾਫਟ ਵਾਪਸ ਲੈ ਲੈਂਦੇ ਨੇ, ਫਿਰ ਫੈਸਲਾ ਲੈਂਦੇ ਨੇ। ਹੁਣ ਵੀ ਬੀਤੇ ਦਿਨੀ ਜਦੋਂ ਉਹਨਾਂ ਨੇ ਐਲਾਨ ਕੀਤਾ ਸੀ, ਜਿਸ ਦਿਨ ਵੀਰਵਾਰ ਦੇ ਦਿਨ ਇਹ ਕਿਹਾ ਗਿਆ ਸੀਗਾ ਕਿ ਵੀਕਐਂਡ ਲੋਕਡਾਊਨ ਜਿਹੜਾ ਉਹ ਸਟਾਰਟ ਹੋ ਜਾਏਗਾ, ਸ਼ਨੀਵਾਰ ਨੂੰ ਵੀ ਬੰਦ ਰਹੇਗਾ, ਐਤਵਾਰ ਨੂੰ ਵੀ, ਫਿਰ ਇੱਕਦਮ ਕੱਲ ਜਿਹੜੀਆਂ ਗਾਈਡਲਾਈਨਸ ਆਉਂਦੀਆਂ ਨੇ ਕਿ ਸਵੇਰੇ ਸ਼ਨੀਵਾਰ 5 ਵਜੇ ਤੱਕ ਸਭ ਕੁਝ ਖੁੱਲ੍ਹਾ ਰਹੇਗਾ, ਆਵਾਜਾਈ ਵੀ ਰਹੇਗੀ, ਪਰ ਐਤਵਾਰ ਪੂਰਨ ਤੌਰ ਤੇ ਬੰਦ ਰਹੇਗਾ। ਕੀ ਲੱਗਦਾ ਹੈ, ਕਿਉਂਕਿ ਬਹੁਤ ਸਾਰੀਆਂ ਅਫਵਾਹਾਂ ਵੀ ਆਉਂਦੀਆਂ ਨੇ, ਸਾਰੀਆਂ ਚਰਚਾ ਵੀ ਹੋ ਰਹੀਆਂ ਨੇ ਕਿ ਕੈਪਟਨ ਸਾਹਿਬ ਕਿਤੇ ਨਾ ਕਿਤੇ ਆਪਣੇ ਫੈਸਲਿਆਂ ਦੇ ਵਿੱਚ ਕਨਫਿਊਜ਼ਨ ਰਹਿੰਦੇ ਨੇ? ਨਹੀਂ, ਕਨਫਿਊਜ਼ਨ ਵਾਲੀ ਕੋਈ ਗੱਲ ਨਹੀਂ ਹੈ। ਦੇਖੋ, ਲੋਕ ਹਿੱਤ ਦੀਆਂ ਗੱਲਾਂ ਹੁੰਦੀਆਂ ਸਾਰੀਆਂ, ਕਈ ਵਾਰੀ ਲੋਕਾਂ ਦਾ ਫੀਡਬੈਕ ਇਹਦੇ ਉੱਤੇ ਉਹ ਵੀ ਨਾਲ ਦੇਖਣਾ ਪੈਂਦਾ ਹੈ, ਕਿਉਂਕਿ ਇੱਕ ਤਰਫਾ ਜੇ ਅਸੀਂ ਫੈਸਲੇ ਲਾਗੂ ਕਰਾਂਗੇ, ਲੋਕਾਂ ਦੀ ਜਿਹੜੀ ਫੀਡਬੈਕ ਹੈ ਜਾਂ ਲੋਕਾਂ ਦੀ ਗੱਲ ਨਾ ਸੁਣਾਂਗੇ ਤਾਂ ਉਹਦੇ ਤੇ ਵੀ ਲੋਕ ਪਰੇਸ਼ਾਨ ਹੁੰਦੇ ਆ। ਜਦੋਂ ਮੇਰਾ ਖਿਆਲ ਹੈ ਕਿ ਪਰਸੋਂ ਦੀ ਗੱਲ ਹੈ ਕਿ ਜਦੋਂ CM ਸਾਹਿਬ ਨੇ ਅਨਾਉਂਸ ਕੀਤਾ, ਉਸ ਤੋਂ ਬਾਅਦ ਜਦੋਂ ਸੋਸ਼ਲ ਮੀਡੀਆ ਰਾਹੀਂ ਲੋਕਾਂ ਦਾ ਰਿਐਕਸ਼ਨ ਆਇਆ ਤਾਂ ਕਿਤੇ ਨਾ ਕਿਤੇ ਜਿਹੜੀ ਉਹਦੇ ਵਿੱਚ ਰਿਲੈਕਸੇਸ਼ਨ ਹੈ ਉਹ ਦੇਣੀ ਜ਼ਰੂਰੀ ਵੀ ਸੀ ਔਰ ਉਹਨਾਂ ਨੇ ਦਿੱਤੀ ਵੀ ਹੈ, ਕਿਉਂਕਿ ਲੋਕਾਂ ਦੀ ਨਬਜ਼ ਨੂੰ ਸਰਕਾਰ ਪਛਾਣਦੀ ਹੈ ਔਰ ਮੇਰਾ ਖਿਆਲ ਹੈ ਕਿ ਇਹ ਫੈਸਲਾ ਜਿਹੜਾ ਲਿਆ CM ਸਾਹਿਬ ਨੇ ਬਿਲਕੁਲ ਠੀਕ ਫੈਸਲਾ ਲਿਆ ਸੀ। ਜੀ, ਫਿਰ ਜੇ ਇਸ ਫੈਸਲੇ ਨੂੰ ਲੈਂਦੇ ਨੇ ਕਿ ਕੈਪਟਨ ਸਾਹਿਬ ਲੋਕਾਂ ਦੇ ਹਿੱਤਾਂ ਦੀ ਗੱਲ ਕਰਦੇ ਨੇ, ਫਿਰ ਆਸ਼ਾ ਵਰਕਰ ਕਿੱਥੇ ਸਟੈਂਡ ਲੈਂਦੀਆਂ ਨੇ? ਆਸ਼ਾ ਵਰਕਰ ਨੂੰ ਅੱਜ ਇੱਕ ਸਾਬਣ ਦਿੱਤਾ ਜਾਂਦਾ, 7 ਲੇਡੀਜ਼ ਇੱਕ ਸਾਬਣ ਨੂੰ ਵਰਤਦੀਆਂ ਨੇ, ਤੇ ਕੈਪਟਨ ਸਾਹਿਬ ਕਿੱਥੇ ਸਟੈਂਡ ਲੈ ਰਹੇ ਨੇ? ਮੇਰੇ ਧਿਆਨ 'ਚ ਇਹ ਮਾਮਲਾ ਨਹੀਂ ਹੈ ਜਿਹੜੀ ਤੁਸੀਂ ਗੱਲ ਕਰ ਰਹੇ ਹੋ। ਮੈਂ ਦੇਖਾਂਗਾ ਜੇ ਇਹ 'ਚ ਕੋਈ ਇਸ ਤਰ੍ਹਾਂ ਦੀ ਕੋਈ ਗੱਲ ਲੱਗੇਗੀ
ਤਾਂ ਗੱਲ ਅਸੀਂ ਜਿਹੜੀ ਉੱਪਰ ਤੱਕ ਜ਼ਰੂਰ ਪਹੁੰਚਦੀ ਕਰਾਂਗੇ ਔਰ ਇਹਦਾ ਹੱਲ ਵੀ ਕਰਾਵਾਂਗੇ। ਜੀ ਇੱਕਦਮ ਪੰਜਾਬ ਦੇ ਵਿੱਚੋਂ ਪ੍ਰਵਾਸੀਆਂ ਨੂੰ ਵਾਪਸ ਭੇਜ ਦੇਣਾ ਉਹਨਾਂ ਦੇ ਆਪਣੇ ਘਰਾਂ ਦੇ ਵਿੱਚ, ਫਿਰ ਇੱਕਦਮ ਜਦੋਂ ਝੋਨੇ ਦੀ ਬਿਜਾਈ ਆਉਂਦੀ ਹੈ ਤੇ ਫਿਰ ਇੱਕਦਮ ਵਾਪਸ ਬੁਲਾਉਣਾ ਸ਼ੁਰੂ ਕਰ ਦੇਣਾ। ਬਾਰ-ਬਾਰ ਕੈਪਟਨ ਸਾਹਿਬ ਵੀ ਐਪਲੀਕੇਸ਼ਨ ਲਿਖ ਰਹੇ ਨੇ, ਚਾਹੇ ਉਹ ਰੇਲ ਮੰਤਰੀ ਨੂੰ ਲਿਖ ਰਹੇ ਨੇ ਕਿ ਪ੍ਰਵਾਸੀਆਂ ਨੂੰ ਬੁਲਾਉਣ ਦੇ ਲਈ ਟ੍ਰੇਨ ਜਿਹੜੀ ਆ ਦੁਬਾਰਾ ਸਟਾਰਟ ਕਰ ਦਿੱਤੀ ਜਾਣੀ ਚਾਹੀਦੀ ਹੈ। ਕੱਲ੍ਹ ਹੀ ਹੁਸ਼ਿਆਰਪੁਰ ਦੇ ਵਿੱਚ ਇੱਕ ਐਕਸੀਡੈਂਟ ਹੋ ਗਿਆ ਜਿਹਦੇ ਕਰਕੇ ਪ੍ਰਵਾਸੀ ਕਿੰਨੇ ਮਜ਼ਦੂਰ ਜਿਹੜੇ ਉਹਨਾਂ ਦੀ ਮੌਤ ਵੀ ਹੋ ਗਈ ਤੇ ਕੁਝ ਘਾਇਲ ਵੀ ਹੋ ਗਏ ਨੇ। ਉੱਤੇ ਕੀ ਕਹਿਣਾ ਚਾਹੁੰਦੇ ਕਿ ਪਹਿਲਾਂ ਭੇਜਣਾ ਫਿਰ ਉਹਨਾਂ ਨੂੰ ਵਾਪਸ ਪੰਜਾਬ ਵਾਪਸੀ ਪ੍ਰਵਾਸੀਆਂ ਦੀ ਕਰਵਾਉਣੀ? ਪ੍ਰਵਾਸੀ ਬਹੁਤ ਵੱਡੀ ਗਿਣਤੀ ਦੇ ਵਿੱਚ ਪੰਜਾਬ ਦੇ ਵਿੱਚ ਰਹਿੰਦੇ ਆ ਔਰ ਮੈਂ ਗੱਲ ਮਹਿਸੂਸ ਕੀਤੀ ਹੈ ਕਿ ਜਦੋਂ ਵੀ ਕਿਸੇ ਬੰਦੇ ਦੇ ਉੱਤੇ ਮੁਸੀਬਤ ਆਉਂਦੀ ਹੈ ਤਾਂ ਉਹਦੀ ਸਾਰਿਆਂ ਨਾਲੋਂ ਪਹਿਲੀ ਕੋਸ਼ਿਸ਼ ਹੁੰਦੀ ਹੈ ਕਿ ਉਹ ਆਪਣੇ ਪਰਿਵਾਰ ਦੇ ਵਿੱਚ, ਆਪਣੇ ਘਰ ਦੇ ਵਿੱਚ ਬੈਠਾ ਹੋਵੇ। ਬੇਸ਼ੱਕ ਸਰਕਾਰ ਵੱਲੋਂ ਬਹੁਤ ਉਪਰਾਲੇ ਹੋਏ, ਪ੍ਰਵਾਸੀਆਂ ਦੀ ਕਿਸੇ ਨਾ ਕਿਸੇ ਤਰੀਕੇ ਨਾਲ ਮਦਦ ਕਰਨ ਦੀ ਕੋਸ਼ਿਸ਼ ਕੀਤੀ ਗਈ, ਰਾਸ਼ਨ ਰਾਹੀਂ ਜਿਹੜੇ ਜਿੱਥੇ ਉਹ ਕੰਮ ਕਰਦੇ ਸੀ ਉਹਨਾਂ ਵੱਲੋਂ ਵੀ ਮਦਦ ਕੀਤੀ ਗਈ, ਪਰ ਕਿਤੇ ਨਾ ਕਿਤੇ ਪ੍ਰਵਾਸੀ ਭਾਵੇਂ ਉਹ ਮਜ਼ਦੂਰ ਹੈ ਉਹਦੇ ਵਿੱਚ ਵੀ ਇਨਸਾਨ ਹੈ। ਅੱਜ ਜਿਹੜਾ ਵੀ ਪੰਜਾਬੀ ਕੋਈ ਵਿਦੇਸ਼ਾਂ ਦੇ ਵਿੱਚ ਸੈਟਲ ਹੈ, ਕੋਵਿਡ ਦੇ ਦੌਰਾਨ ਉਹਦੇ ਮਨ ਦੇ ਵਿੱਚ ਵੀ ਇਹ ਗੱਲ ਸੀ ਕਿ ਉਹ ਆਪਣੇ ਪਿੰਡ, ਆਪਣੇ ਰਿਸ਼ਤੇਦਾਰ, ਆਪਣੇ ਘਰ ਵਿੱਚ ਜਾਵੇ। ਇਹੀ ਭਾਵਨਾ ਜਿਹੜੀ ਪ੍ਰਵਾਸੀਆਂ ਦੇ ਵਿੱਚ ਵੀ ਸੀ ਔਰ ਉਸ ਭਾਵਨਾ ਨੂੰ ਕੈਪਟਨ ਅਮਰਿੰਦਰ ਸਿੰਘ ਨੇ ਪਛਾਣਿਆ ਔਰ ਇਨਸਾਨੀਅਤ ਨਾਤੇ ਜਿਹੜੀਆਂ ਟ੍ਰੇਨਾਂ ਚਲਾਈਆਂ ਗਈਆਂ। ਦੇਖੋ ਇਹ ਕੋਈ ਵੋਟ ਦੀ ਲੜਾਈ ਨਹੀਂ ਸੀ, ਪ੍ਰਵਾਸੀਆਂ ਦੀ ਵੋਟ ਇੱਥੇ ਨਹੀਂ ਬਣੀ, ਉਹਨਾਂ ਦੀ ਵੋਟ ਆਪਣੇ ਆਪਣੇ ਸੂਬਿਆਂ 'ਚ ਹੈ, ਪਰ ਉਹਨਾਂ ਨੂੰ ਫ੍ਰੀ ਜਿਹੜੀਆਂ ਟ੍ਰੇਨਾਂ ਰਾਹੀਂ ਭੇਜਣਾ ਇੱਕ ਇਨਸਾਨੀਅਤ ਦੀ ਸੇਵਾ ਕਰਨ ਦੀ ਕੋਸ਼ਿਸ਼ ਕੀਤੀ ਗਈ ਆ। ਪਰ ਬਹੁਤ ਜਲਦ ਜਿਹੜੇ ਸਾਰੇ ਪ੍ਰਵਾਸੀ ਆ, ਕਿਉਂਕਿ ਉਹ ਇੱਥੋਂ ਮੈਂ ਵੀ ਟ੍ਰੇਨਾਂ ਦੇ ਦੌਰਾਨ ਜਦੋਂ ਟ੍ਰੇਨਾਂ ਚੱਲ ਰਹੀਆਂ ਸੀ ਗਿਆ ਸੀ ਔਰ ਉਹਨਾਂ ਨੇ ਇਹ ਗੱਲ ਕਹੀ ਸੀ ਕਿ ਅਸੀਂ ਜਲਦ ਵਾਪਸ ਆਪਣੇ ਆ ਕੇ ਤੇ ਆਪਣੇ ਕੰਮਾਂ 'ਤੇ ਲੱਗਾਂਗੇ, ਆਪਣੇ ਕੰਮ ਕਰਾਂਗੇ। ਇਸ ਕਰਕੇ ਉਹ ਰੂਟੀਨ ਦੇ ਵਿੱਚ ਇਹ ਪ੍ਰੋਸੈਸ ਹੈ। ਇਹਨਾਂ ਦਿਨਾਂ ਦੇ ਵਿੱਚ ਵੈਸੇ ਵੀ ਪ੍ਰਵਾਸੀ ਲੋਕ ਹੈ ਜਿਹੜੇ ਉਹਨਾਂ ਦੇ ਉੱਥੇ ਵਿਆਹ ਸ਼ਾਦੀਆਂ ਦੇ ਜਾਂ ਹੋਰ ਪ੍ਰੋਗਰਾਮ ਹੁੰਦੇ ਆ, 2 ਮਹੀਨੇ ਲਈ ਉਹ ਜਾਂਦੇ ਵੀ ਆਉਂਦੇ ਵੀ ਹੈ, ਤਾਂ ਰੂਟੀਨ ਪ੍ਰੋਸੈਸ ਹੈ ਵੈਸੇ ਵੀ। ਪਰ ਰਿੰਕੂ ਜੀ ਲੱਗਦਾ ਨਹੀਂ, ਕਿਉਂਕਿ ਐਲਾਨ ਕੀਤਾ ਕੈਪਟਨ ਸਾਹਿਬ ਨੇ, ਸਖਤ ਹਦਾਇਤ ਦਿੱਤੀ ਹੈ ਕਿ ਜਿਹੜੇ ਦਿੱਲੀ ਤੋਂ ਲੋਕ ਆਣਗੇ ਉਹਨਾਂ ਦੇ ਮੈਡੀਕਲ ਸਰਟੀਫਿਕੇਟ ਜ਼ਰੂਰੀ ਹੈ, ਉਹ ਚੈੱਕ ਕੀਤੇ ਜਾਣਗੇ। ਪਰ ਕਰੋਨਾ ਪੋਜ਼ਿਟਿਵ ਲਗਾਤਾਰ ਇਜ਼ਾਫਾ ਹੋ ਹੀ ਜਾ ਰਿਹਾ, ਘਟ ਨਹੀਂ ਰਿਹਾ ਉਹਦੇ ਕੇਸਿਸ। ਪਰ ਕੀ ਲੱਗਦਾ ਨਹੀਂ ਕਿ ਜਦੋਂ ਉਹਨਾਂ ਨੂੰ ਪਹਿਲਾਂ ਭੇਜਿਆ ਗਿਆ ਉਦੋਂ ਵੀ ਬਹੁਤ ਸਾਰਾ ਖਰਚਾ ਜਿਹੜਾ ਕੀਤਾ ਗਿਆ ਸੀ, ਉਹਨਾਂ ਦੇ ਟੈਸਟ ਕੀਤੇ ਗਏ ਸੀ ਬਕਾਇਦਾ, ਫਿਰ ਉਹਨਾਂ ਨੂੰ ਭੇਜਿਆ ਗਿਆ ਸੀ, ਫਿਰ ਦੁਬਾਰਾ ਉਹੀ ਪ੍ਰੋਸੈਸ ਚੱਲੇਗਾ ਜਾਂ ਉਸੇ ਤਰ੍ਹਾਂ ਆ ਜਾਣਗੇ ਉਹ ਆਪਣੇ ਕੰਮਾਂ ਤੇ? ਨਹੀਂ, ਜਦੋਂ ਆਉਣਗੇ ਉਹਨਾਂ ਦੀ ਜਿਹੜੀ ਇੱਥੇ ਚੈਕਿੰਗ ਹੈ, ਜਿਹੜੀ ਫਸਟ ਏਡ ਜਾਂ ਸਾਰੀ ਜਿਹੜੀ ਹੈ ਉਹ ਸਾਰੀ ਕੀਤੀ ਜਾਏਗੀ। ਔਰ ਕਿਉਂਕਿ ਇਹ ਰੂਟੀਨ ਪ੍ਰੋਸੈਸ ਸੀ, ਮੈਂ ਫਿਰ ਤੁਹਾਨੂੰ ਕਹਿ ਰਿਹਾ ਕਿ ਇਹਨਾਂ ਦਿਨਾਂ ਦੇ ਵਿੱਚ ਵਾਢੀਆਂ ਤੋਂ ਪਹਿਲਾਂ ਹੋਲੀ ਦੇ ਲਾਗੇ ਜਿੰਨੇ ਸਾਡੇ ਪ੍ਰਵਾਸੀ ਭਾਈਚਾਰੇ ਦੇ ਲੋਕ ਇਹ ਜਾਂਦੇ ਸੀ ਆਪਣੇ ਫੰਕਸ਼ਨਾਂ ਤੋਂ ਬਾਅਦ ਫਿਰ ਵਾਪਸ ਆਉਂਦੇ ਸੀਗੇ, ਉਹ ਸਾਰੇ ਵਾਪਸ ਆ ਰਹੇ ਆ। ਔਰ ਤੁਸੀਂ ਦੇਖੋ ਕਿ ਤੁਸੀਂ ਦਿੱਲੀ ਦੀ ਗੱਲ ਕੀਤੀ ਹੈ ਕਿ ਦਿੱਲੀੋਂ ਜਿਹੜੇ ਲੋਕ ਆ ਰਹੇ, ਸਖਤੀ ਹੋ ਰਹੀ ਹੈ। ਦੇਖੋ ਮੇਰਾ ਖਿਆਲ ਹੈ ਕਿ ਸੂਬੇ ਦੀਆਂ ਜਿਹੜੀਆਂ ਹੱਦਾਂ ਉਹਨਾਂ ਦੇ ਉੱਤੇ ਇਸ ਗੱਲ ਦੀ ਸਖਤੀ ਵੀ ਜ਼ਰੂਰ ਹੋਣੀ ਚਾਹੀਦੀ ਕਿ ਜਿਹੜੇ ਲੋਕ ਉੱਧਰੋਂ ਇੱਧਰ ਮੂਵ ਕਰ ਰਹੇ ਉਹਨਾਂ ਦਾ ਜਿਹੜੀ ਫੌਰੀ ਤੌਰ ਦੇ ਉੱਤੇ ਜਿਹੜੀ ਉਹਨਾਂ ਦੀ ਚੈਕਿੰਗ ਹੈ ਉਹ ਜ਼ਰੂਰ ਹੋਣੀ ਚਾਹੀਦੀ ਹੈ। ਔਰ ਮੇਰਾ ਖਿਆਲ ਹੈ ਕਿ ਜਿਸ ਤਰੀਕੇ ਦੇ ਨਾਲ ਜਦੋਂ ਇਹ ਕੋਵਿਡ-19 ਸ਼ੁਰੂਆਤ ਹੋਈ ਸੀ, ਹੌਲੀ ਹੌਲੀ ਲੋਕ ਹੁਣ ਇਹਨੂੰ ਲਾਗਿਓਂ ਪਹਿਚਾਨਣ ਲੱਗ ਪਏ ਆ। ਹੁਣ ਉਹ ਜਿਹੜਾ ਪੈਨਿਕ ਮਾਹੌਲ ਜਿਹੜਾ ਅੱਜ ਤੋਂ ਪਹਿਲਾਂ ਕ੍ਰੀਏਟ ਹੋਇਆ ਸੀ, ਜਦੋਂ ਸ਼ਹਿਰ ਦੇ ਵਿੱਚ ਨਵੇਂ ਮਰੀਜ਼ ਆਉਣੇ ਸ਼ੁਰੂ ਹੋਏ ਸੀ, ਉਸ ਵੇਲੇ ਬਹੁਤ ਲੋਕਾਂ ਦੇ ਵਿੱਚ ਪੈਨਿਕ ਸੀ, ਬਹੁਤ ਡਰ ਸੀ। ਪਰ ਹੁਣ ਰੋਜ਼ ਸ਼ਹਿਰਾਂ ਦੇ ਵਿੱਚ ਅਸੀਂ ਦੇਖਦੇ ਕਦੀ 10 ਮਰੀਜ਼ ਆ ਰਹੇ ਆ ਰੋਜ਼, ਕਦੀ 11 ਆ ਰਹੇ ਆ। ਹੁਣ ਉਹੋ ਜਿਹਾ ਮਾਹੌਲ ਨਹੀਂ ਆ ਔਰ ਮੇਰਾ ਖਿਆਲ ਕਿ ਮੈਕਸਿਮਮ ਲੋਕ ਆ ਜਿਹੜੇ ਉਹ ਠੀਕ ਹੋ ਕੇ ਆਪਣੇ ਘਰਾਂ ਦੇ ਵਿੱਚ ਵੀ ਜਾ ਰਹੇ ਆ। ਮੈਂ ਹਜੇ ਕੱਲ੍ਹ ਹੀ 8-10 ਪਰਿਵਾਰਾਂ ਨੂੰ ਮਿਲ ਕੇ ਆਇਆ ਜਿਹੜੇ ਕਿ ਪਿਛਲੇ ਸਮੇਂ ਕੋਵਿਡ ਦੇ ਵਿੱਚੋਂ ਨਿਕਲ ਕੇ ਆਪਣੇ ਘਰਾਂ ਦੇ ਵਿੱਚ ਆਏ ਆ। ਉਹ ਸਾਰਿਆਂ ਨੇ ਇਸ ਗੱਲ ਦੀ ਤਸੱਲੀ ਪ੍ਰਗਟ ਕੀਤੀ ਹੈ ਕਿ ਸਿਵਲ ਹਸਪੀਟਲ ਦੇ ਵਿੱਚ ਸਾਨੂੰ ਪੂਰੀ ਫੈਸਿਲਿਟੀ ਮਿਲੀ, ਸਾਡਾ ਇਲਾਜ ਵਧੀਆ ਹੋਇਆ, ਸਾਡੀ ਡਾਈਟ ਵਧੀਆ ਸੀ, ਉੱਥੇ এনवायरमेंट ਵਧੀਆ ਸੀ। ਹਰ ਇੱਕ ਨੇ ਇਸ ਗੱਲ ਦੀ ਤਸੱਲੀ ਪ੍ਰਗਟ ਕੀਤੀ ਹੈ। ਜੀ ਜੇ ਦੇਖਿਆ ਜਾਵੇ ਦਿੱਲੀ ਦੇ ਵਿੱਚ ਕਰੋਨਾ ਪੋਜ਼ਿਟਿਵ ਕੇਸ ਲਗਾਤਾਰ ਵੱਧ ਰਹੇ ਨੇ ਤੇ ਬੈੱਡ ਵੀ ਘੱਟ ਪੈਣੇ ਸ਼ੁਰੂ ਹੋ ਗਏ ਨੇ, ਕਿਉਂਕਿ ਬਹੁਤ ਸਾਰੇ ਕੇਸ ਜਿਹੜੇ ਉਹ ਆਪਣੇ 5 ਜਿਹੜੇ ਕੇਸ ਆਏ ਸੀ ਦਿੱਲੀ ਤੋਂ ਹੀ ਸੀਗੇ ਉਹ। ਤੇ ਜੇ ਉੱਦਾਂ ਗੱਲ ਕਰੀਏ ਰਜਿੰਦਰਾ ਹਸਪੀਟਲ ਦੇ ਵਿੱਚ ਦਿੱਲੀ ਦੇ ਜਿਹੜੇ ਪੇਸ਼ੈਂਟ ਨੇ ਆਉਣੇ ਸ਼ੁਰੂ ਹੋ ਗਏ ਨੇ, ਕਿ ਤੁਸੀਂ ਤਿਆਰ ਹੋ ਜੇ ਇਨ ਕੇਸ ਇੱਥੇ ਵੀ ਆਉਣਾ ਪਿਆ ਤੁਹਾਨੂੰ? ਦੇਖੋ ਗੱਲ ਹੈ ਕਿ ਇਨਸਾਨੀਅਤ ਨਾਤੇ ਪੰਜਾਬ ਤਾਂ ਹਮੇਸ਼ਾ ਸੇਵਾ ਕਰਦਾ ਆ ਸਾਰੇ ਦੇਸ਼ ਦੀ। ਪੰਜਾਬ ਔਰ ਪੰਜਾਬੀਅਤ ਦੇ ਵਿੱਚ ਸੇਵਾ ਜਿਹੜੀ ਉਹ ਕੁੱਟ ਕੇ ਭਰੀ ਹੈ ਔਰ ਇੱਥੇ ਕੋਈ ਬੰਦਾ ਭੁੱਖਾ ਨਹੀਂ ਸੌਂਦਾ। ਸੇਵਾ ਲਈ ਪੰਜਾਬੀ ਅੱਗੇ ਰਹਿੰਦੇ ਆ। ਜੇ
ਪੰਜਾਬ ਨੂੰ ਇਹ ਜ਼ਿੰਮੇਵਾਰੀ ਨਿਭਾਉਣੀ ਪਈ ਦੂਸਰੇ ਸੂਬਿਆਂ ਦੀ ਵੀ, ਤਾਂ ਮੈਂ ਸਮਝਦਾ ਕਿ ਪੰਜਾਬ ਕਦੀ ਇਹਨਾਂ ਜ਼ਿੰਮੇਵਾਰੀਆਂ ਤੋਂ ਪਿੱਛੇ ਨਹੀਂ ਹਟੇਗਾ, ਇਨਸਾਨੀਅਤ ਦੀ ਸੇਵਾ ਤੋਂ ਕਦੀ ਪਿੱਛੇ ਨਹੀਂ ਹਟੇਗਾ। ਜੀ, ਗੱਲ ਕਰਦੇ ਹਾਂ ਨਜਾਇਜ਼ ਸ਼ਰਾਬ ਦੀ। ਲੋਕਡਾਊਨ ਦੇ ਦੌਰਾਨ ਬਹੁਤ ਸਾਰੀ ਸ਼ਰਾਬ ਦੀ ਵਿਕਰੀ ਜਿਹੜੀ ਹੋਈ ਹੈ, ਬਹੁਤ ਸਾਰੇ ਕੇਸ ਵੀ ਹੈ, ਪਰ ਪੁੱਛਣਾ ਸੀ ਇਹ ਚਾਹੁੰਦੇ ਕਿ ਕਾਰਨ ਕੀ ਰਿਹਾ, ਚਾਹੇ ਉਹ ਪਟਿਆਲੇ ਦਾ ਕੇਸ ਹੋਇਆ, ਚਾਹੇ ਉਹ ਨਾਭੇ ਦਾ ਹੋਇਆ, ਤੇ ਹਰ ਇੱਕ ਕੇਸ ਦੇ ਵਿੱਚ ਕਾਂਗਰਸੀ ਵਿਧਾਇਕਾਂ ਦੀ ਮੌਜੂਦਗੀ ਕਿਉਂ ਪਾਈ ਗਈ? ਦੇਖੋ, ਗੱਲ ਹੈ ਕਿ ਜਿਹੜੀ ਸਰਕਾਰ ਅੱਗੇ ਹੈ ਜ਼ਿੰਮੇਵਾਰੀ, ਤਾਂ ਕੋਈ ਵੀ ਕੰਮ ਗਲਤ ਹੁੰਦਾ ਤਾਂ ਜਿਹੜਾ ਚੰਗੇ ਦਾ ਸਿਹਰਾ ਵੀ ਹੋਣਾ ਸਿਹਰਾ ਹੈ ਤੇ ਮਾੜੇ ਦਾ ਸਿਹਰਾ ਵੀ ਹੋਣਾ ਸਿਹਰਾ ਹੈ। ਇਸ ਕਰਕੇ ਦੇਖੋ, ਲੋਕਾਂ ਦੀ ਜ਼ਰੂਰਤ ਸੀ, ਲੋਕ ਰੂਟੀਨ ਦੇ ਵਿੱਚ ਤੁਸੀਂ ਦੇਖੋ ਕਿੰਨੀ ਸੇਲ ਹੁੰਦੀ ਸ਼ਰਾਬ ਦੀ, ਭਾਵੇਂ ਲੋਕਡਾਊਨ ਸੀ, ਜਦੋਂ ਬੰਦਾ ਫ੍ਰੀ ਹੁੰਦਾ ਘਰ ਦੇ ਵਿੱਚ, ਮੈਨੂੰ ਤਾਂ ਲੱਗਦਾ ਹੈ ਕਿ ਲੋਕਾਂ ਨੇ ਘਰਾਂ ਦੇ ਵਿੱਚ ਜ਼ਿਆਦਾ ਸ਼ਰਾਬ ਦਾ ਸੇਵਨ ਕੀਤਾ, ਸ਼ਰਾਬ ਜ਼ਿਆਦਾ ਯੂਜ਼ ਹੋਈ ਆ। ਇਸ ਕਰਕੇ ਜ਼ਰੂਰਤ ਸੀ, ਔਰ ਜਿਸ ਚੀਜ਼ ਦੀ ਜ਼ਰੂਰਤ ਹੋਵੇ ਤਾਂ ਉਹ ਸੱਜਿਓਂ ਖੱਬਿਓਂ ਕਿਸੇ ਨਾ ਕਿਸੇ ਤਰੀਕੇ ਨਾਲ ਲੋਕਾਂ ਨੇ ਲੈ ਹੀ ਲੈਣੀ ਹੈ। ਉਹਦੇ ਨਾਲ ਕਿਸੇ ਨੂੰ ਕੋਈ ਮਤਲਬ ਨਹੀਂ ਕਿ ਇਹ ਸ਼ਰਾਬ ਲੀਗਲ ਹੈ ਜਾਂ ਇਲੀਗਲ ਹੈ। ਆਪਣੀ ਜ਼ਰੂਰਤ ਪੂਰੀ ਕਰਨ ਲਈ ਲੋਕ ਇਹ ਕਰਦੇ ਸੀਗੇ, ਉਹ ਹੋਈ ਆ। ਔਰ ਉਸ ਸਮਗਲਿੰਗ ਨੂੰ ਰੋਕਣ ਦੇ ਲਈ ਹੁਣ ਜਿਹੜੀ ਨਵੀਂ ਪਾਲਿਸੀ ਕੈਪਟਨ ਅਮਰਿੰਦਰ ਸਿੰਘ ਜੀ ਨੇ ਬਣਾਈ ਹੈ, ਉਹਨਾਂ ਨੇ ਡਿਸਟਿਲਰੀਆਂ ਦੇ ਉੱਤੇ ਵੀ ਪੂਰਾ ਚੈੱਕ ਲਗਾਇਆ, ਔਰ ਸ਼ਰਾਬ ਦੇ ਜਿਹੜੇ ਠੇਕੇਦਾਰ ਆ ਉਹ ਇੱਕ ਦੂਸਰੇ ਦੇ ਏਰੀਏ 'ਚ ਸਮਗਲਿੰਗ ਨਾ ਹੋ ਸਕੇ ਉਸ ਤਰੀਕੇ ਨਾਲ ਵੀ ਜਿਹੜੇ ਪੂਰੇ ਬੰਦੋਬਸਤ ਆ ਉਹ ਕੀਤੇ ਗਏ ਆ ਕਿ ਜਿੱਥੇ ਸਮਗਲਿੰਗ ਰੋਕੀ ਜਾਵੇ ਉੱਥੇ ਜਿਹੜਾ ਇਹਦਾ ਰੈਵਨਿਊ ਆ ਉਹਦੇ ਵਿੱਚ ਵਾਧਾ ਹੋਵੇ। ਉਸ ਤਰੀਕੇ ਦੀ ਜਿਹੜੀ ਪੂਰੀ ਜਿਹੜੀ ਆ ਪਾਲਿਸੀ ਤਿਆਰ ਕੀਤੀ ਗਈ। ਪਰ ਕੈਪਟਨ ਸਾਹਿਬ ਨੇ ਇੱਕ ਵੱਖਰੀ ਪਾਲਿਸੀ ਸਿੱਟ ਤਿਆਰ ਕਰ ਲਈ ਕਿ ਉਹ ਸਿੱਟ ਸਾਰੀ ਉਹ ਜਾਇਜ਼ਾ ਲਏਗੀ ਕਿ ਕੀ ਕਾਰਨ ਰਹੇ ਨੇ, ਕਿਉਂ ਇਹ ਜਿਹੜੀ ਲੋਕਡਾਊਨ ਦੇ ਦੌਰਾਨ ਹੈ ਨਜਾਇਜ਼ ਸ਼ਰਾਬ ਦੀ ਵਿਕਰੀ ਹੋਈ ਹੈ। ਪਰ ਦੂਸਰੇ ਪਾਸੇ ਈਡੀ ਆਫਿਸ ਦੇ ਵਿੱਚ ਵੀ ਇਹ ਪੂਰਾ ਮਾਮਲਾ ਜਿਹੜਾ ਉਹ ਪਹੁੰਚ ਚੁੱਕਾ ਹੋਇਆ ਤੇ ਅੱਜ ਤੋਂ ਕੱਲ ਤੋਂ ਜਿਹੜੀ ਇਹਦੀ ਤਫਤੀਸ਼ ਉਹ ਜਾਰੀ ਕਰ ਦਿੱਤੀ ਗਈ ਹੈ। ਈਡੀਸੀ ਆਫਿਸਰ ਵੱਲੋਂ ਹਰ ਇੱਕ ਜ਼ਿਲ੍ਹੇ ਦੇ ਵਿੱਚ ਐਪਲੀਕੇਸ਼ਨ ਭੇਜ ਦਿੱਤੀ ਗਈ ਹੈ ਕਿ ਜਿਨ੍ਹਾਂ ਦੇ ਏਰੀਆ ਦੇ ਵਿੱਚ, ਖਾਸ ਕਰਕੇ ਪਟਿਆਲੇ ਦੇ ਵਿੱਚ ਭੇਜ ਦਿੱਤੀ ਗਈ ਹੈ, ਜਿਹਦੇ ਵਿੱਚ ਉੱਥੇ ਦੇ ਜਲਾਲਪੁਰ ਹੋਰਾਂ ਦਾ ਜਿਹੜੇ ਵਿਧਾਇਕ ਨੇ ਉਹਨਾਂ ਦਾ ਨਾਮ ਆ ਰਿਹਾ। ਈਵਨ ਕਿ ਉਹ ਫੋਟੋਆਂ ਵੀ, ਉਹਨਾਂ ਨੇ ਫੈਕਟਰੀ ਜਿਹੜੀ ਸੀਲ ਕੀਤੀ ਉਹਨਾਂ ਨੇ ਫੋਟੋਆਂ ਵੀ ਦਿਖਾਈਆਂ, ਤੇ ਫੋਟੋ ਜਿਹੜਾ ਫੈਕਟਰੀ ਮਾਲਕ ਹੈ ਉਹਨਾਂ ਦੀਆਂ ਫੋਟੋ ਮਹਾਰਾਣੀ ਪਰਨੀਤ ਕੌਰ ਦੇ ਨਾਲ ਵੀ ਸ਼ੋਅ ਹੋਈਆਂ ਨੇ, ਕੈਪਟਨ ਅਮਰਿੰਦਰ ਸਿੰਘ ਦੇ ਨਾਲ ਵੀ ਸ਼ੋਅ ਹੋਈਆਂ ਨੇ। ਕਾਰਨ ਕੀ ਹੈ? ਕਿਸ ਗੱਲ ਦਾ ਕਾਰਨ? ਕਿ ਹਰ ਇੱਕ ਚੀਜ਼ ਦੇ ਵਿੱਚ, ਚਾਹੇ ਉਹ ਮੁੱਦਾ ਨਾਭੇ ਦਾ ਹੋਵੇ, ਚਾਹੇ ਪਟਿਆਲੇ ਦਾ ਹੋਵੇ, ਚਾਹੇ ਕਿਸੇ ਵੀ ਜ਼ਿਲ੍ਹੇ ਦਾ ਹੋਵੇ, ਕਾਂਗਰਸੀ ਵਿਧਾਇਕ ਮੌਜੂਦ ਜ਼ਰੂਰ ਹੁੰਦੇ ਨੇ। ਮੈਂ ਤਾਂ ਦੇਖੋ, ਮੈਨੂੰ ਇਹਦੇ ਬਾਰੇ ਪਤਾ ਨਹੀਂ ਕਿ ਮਦਨ ਲਾਲ ਜਲਾਲਪੁਰ ਜੀ ਨੇ ਕੀ ਉੱਥੇ ਕੀਤਾ, ਕੀ ਨਹੀਂ ਕੀਤਾ। ਤੁਸੀਂ ਆਪ ਹੀ ਦੱਸ ਰਹੇ ਹੋ ਕਿ ਈਡੀ ਇਹਦੇ ਵਿੱਚ ਇੰਟਰਵੀਨ ਕਰ ਰਹੀ ਹੈ। ਜੇ ਕਿਤੇ ਕੋਈ ਕੋਤਾਹੀਆਂ, ਕੋਈ ਗਲਤੀਆਂ ਪਈਆਂ ਜਾਣਗੀਆਂ, ਈਡੀ ਤਾਂ ਸੈਂਟਰ ਗਵਰਨਮੈਂਟ ਦੀ ਏਜੰਸੀ ਹੈ, ਤਾਂ ਉਹ ਆਪਣੇ ਉਹ ਦਰਿਆਸਤ ਕਰਕੇ ਜਿਹੜਾ ਗਲਤ ਸਹੀ ਦਾ ਫੈਸਲਾ ਜਿਹੜਾ ਲੈਣ ਦਾ ਇਖਤਿਆਰ ਉਹਨਾਂ ਦਾ। ਇਹਦੇ ਵਿੱਚ ਮੇਰਾ ਬੋਲਣਾ ਕੁਝ ਮੈਂ ਆਪਣੇ ਆਪ ਨੂੰ ਠੀਕ ਨਹੀਂ ਸਮਝਦਾ। ਲੰਚ ਡਿਪਲੋਮੇਸੀ ਚੱਲ ਰਹੀ ਹੈ ਸਰਕਾਰ ਦੀ, ਤੇ ਸਰਕਾਰ ਸਾਰੇ ਵਿਧਾਇਕਾਂ ਨੂੰ ਬੁਲਾ ਰਹੀ ਹੈ। ਪਿਛਲੇ ਦਿਨੇ ਦੇ ਵਿੱਚ ਉਹਨਾਂ ਨੇ ਅੰਮ੍ਰਿਤਸਰ ਦੇ ਸਾਰੇ ਵਿਧਾਇਕਸ ਨੂੰ ਬੁਲਾਇਆ ਸੀ। ਤੁਹਾਨੂੰ ਕਦੋਂ ਸੱਦਾ ਆ ਰਿਹਾ ਲੰਚ ਡਿਪਲੋਮੇਸੀ ਦਾ? ਕੀ ਉਹਦੇ 'ਚ ਕੋਈ ਰਣਨੀਤੀ ਤਿਆਰ ਕੀਤੀ ਜਾਂਦੀ ਹੈ? ਇਹ ਡਿਪਲੋਮੇਸੀ ਨਹੀਂ ਹੈ। ਦੇਖੋ, ਪਿਛਲੇ 3-4 ਮਹੀਨੇ ਤੋਂ ਲਗਾਤਾਰ ਰਾਬਤਾ ਜਿਹੜਾ ਟੁੱਟਾ ਹੋਇਆ, ਔਰ ਸੀਐਮ ਸਾਹਿਬ ਆਪਣੇ ਵਿਧਾਇਕਾਂ ਤੋਂ ਉਹਨਾਂ ਦੇ ਸ਼ਹਿਰ ਬਾਰੇ ਕੀ ਹਾਲਾਤ ਰਹੇ ਆ ਉਹਨਾਂ ਬਾਰੇ ਜਿਹੜੇ ਫੀਡਬੈਕ ਕਰਦੇ ਆ। ਇਹਦੇ 'ਚ ਲੰਚ ਡਿਪਲੋਮੇਸੀ ਵਾਲੀ ਤਾਂ ਮੈਂ ਕੋਈ ਗੱਲ ਨਹੀਂ ਸਮਝਦਾ। ਇਹ ਤਾਂ ਇੱਕ ਰੂਟੀਨ ਪ੍ਰੋਸੈਸ ਹੈ ਕਿ ਹਰ ਇੱਕ ਦੇ ਨਾਲ ਇੰਟਰੈਕਸ਼ਨ ਕਰਨੀ, ਉਹਨਾਂ ਦੀਆਂ ਗੱਲਾਂ ਪੁੱਛਣੀਆਂ, ਉਹਨਾਂ ਤੋਂ ਸਲਾਹ ਲੈਣੀ, ਔਰ ਅਗਲੀ ਪਾਲਿਸੀ ਹੈ ਕਿਸੇ ਵੀ ਤਰ੍ਹਾਂ ਦੀ ਜਿਹੜੀ ਕਿਸੇ ਵੀ ਫੀਲਡ ਦੀ ਉਹ ਬਣਾਉਣੀ। ਇਹ ਤਾਂ ਇੱਕ ਜਿਹੜਾ ਰੈਗੂਲਰ ਪ੍ਰੋਸੈਸ ਹੈ, ਇਹਦੇ ਵਿੱਚ ਕੋਈ ਡਿਪਲੋਮੇਸੀ ਵਾਲੀ ਗੱਲ ਨਹੀਂ ਹੈ ਜੀ। ਪਰ ਜੇ ਗੱਲ ਕਰੀਏ ਕਿ ਆਉਣ ਵਾਲੀਆਂ 2022 ਦੀਆਂ ਚੋਣਾਂ ਨੂੰ ਕਿ ਉਹ ਨਵਜੋਤ ਸਿੰਘ ਸਿੱਧੂ ਹੋਰਾਂ ਦੇ ਸਟੈਂਡ ਤੇ ਖੇਡੀ ਜਾਏਗੀ ਇਲੈਕਸ਼ਨ, ਜਾਂ ਫਿਰ ਕੈਪਟਨ ਸਾਹਿਬ ਦੀਆਂ ਹੀ ਗੱਲਾਂ ਤੇ ਖੇਡੀ ਜਾਏਗੀ ਸਿਆਸਤ? ਦੇਖੋ, ਗੱਲ ਹੈ ਕਿ ਨਵਜੋਤ ਸਿੱਧੂ ਜੀ ਹੈ ਜਿਹੜੇ, ਉਹ ਕਾਂਗਰਸ ਪਾਰਟੀ ਦਾ ਸਾਡਾ ਮੇਨ ਮੁੱਖ ਹਿੱਸਾ ਨੇ, ਔਰ ਮੇਰਾ ਖਿਆਲ ਹੈ ਕਿ ਜੋ ਮੈਂ ਮਹਿਸੂਸ ਕਰਦਾ ਕਿ ਕਾਂਗਰਸ ਲਈ ਸਾਰਿਆਂ ਨੇ ਰਲ ਕੇ 2017 ਦੇ ਵਿੱਚ ਵਧੀਆ ਕੰਮ ਕੀਤਾ ਸੀ, ਔਰ ਜਿਸ ਤਰੀਕੇ ਨਾਲ ਪਿੱਛੇ ਕੰਮ ਹੋਏ ਸੀ ਉਸੇ ਤਰੀਕੇ ਨਾਲ ਤਾਲਮੇਲ ਨਾਲ ਜਿਹੜਾ ਇਲੈਕਸ਼ਨ ਆ ਇਹ ਦੁਬਾਰਾ ਅੱਗੇ ਵੀ ਲੜਿਆ ਜਾਏਗਾ। ਇਹੋ ਜੀ ਕੋਈ ਗੱਲ ਨਹੀਂ। ਅਸੀਂ ਸਾਰੇ ਇਕੱਠੇ ਹੋ ਕੇ ਜਿਹੜੇ ਆ ਉਹਦੀ ਸਾਰੀ ਪਾਲਿਸੀ ਵੀ ਤਿਆਰ ਕਰਾਂਗੇ, ਉਸ ਇਲੈਕਸ਼ਨ ਨੂੰ ਵੀ ਲੜਾਂਗੇ ਔਰ ਦੁਬਾਰਾ ਜਿੱਤ ਹਾਸਲ ਕਰਾਂਗੇ। ਰਿੰਕੂ ਜੀ, ਬੜਾ ਅਹਿਮ ਸਵਾਲ ਇਹ ਉੱਠਦਾ ਹੈ ਕਿ 3 ਸਾਲ ਪੂਰੇ ਹੋ ਗਏ ਆ, 1.5 ਸਾਲ ਤਕਰੀਬਨ ਤੁਹਾਡੇ ਕੋਲ ਰਹਿ ਗਿਆ, ਤੁਹਾਡੀ ਸਰਕਾਰ ਕੋਲ ਬਹੁਤ ਸਾਰੇ ਕੰਮ ਸੀ ਜਿਹੜੇ ਲੋਕਾਂ ਦੇ ਪੂਰੇ ਨਹੀਂ ਹੋਏ। ਅੱਜ ਵੀ ਲੋਕਾਂ ਨੂੰ ਸ਼ਿਕਾਇਤ ਆ, ਨੌਕਰੀਆਂ ਅੱਜ ਨਹੀਂ ਬੱਚਿਆਂ ਨੂੰ ਮਿਲੀਆਂ, ਮੋਬਾਈਲ ਸਮਾਰਟਫੋਨਾਂ ਦੀ ਗੱਲ ਕੀਤੀ ਗਈ ਸੀ ਉਹ ਨਹੀਂ ਅੱਜ ਕੱਲ੍ਹ ਬੱਚਿਆਂ ਨੂੰ ਮਿਲੇ, ਬਹੁਤ ਸਾਰੀਆਂ ਇਹੋ ਜਿਹੀਆਂ ਚੀਜ਼ਾਂ, ਚਾਹੇ ਆਨਲਾਈਨ ਸਟੱਡੀ ਵੀ ਸ਼ੁਰੂ ਕਰ ਦਿੱਤੀ ਗਈ। ਮਾਨਸਾ ਦੇ ਵਿੱਚ ਬੱਚਾ ਆਨਲਾਈਨ ਸਟੱਡੀ ਕਰਕੇ ਸੁਸਾਈਡ ਕਰ ਲੈਂਦਾ। ਇਹ ਸਾਰੀਆਂ ਚੀਜ਼ਾਂ ਦਾ ਜ਼ਿੰਮੇਵਾਰ ਕੌਣ ਹੈ? ਕਿਉਂ 1.5 ਸਾਲ ਜਿਹੜੇ ਰਹਿ ਗਏ ਉਹਦੇ ਦੌਰਾਨ ਇਹ ਚੀਜ਼ਾਂ ਪੂਰੀਆਂ ਕੀਤੀਆਂ ਜਾਣਗੀਆਂ, ਨੌਕਰੀਆਂ, ਸਮਾਰਟਫੋਨ, ਹੋਰ ਜਿਹੜੇ ਵਾਅਦੇ ਕੀਤੇ ਸੀ, ਤੇ ਜਾਂ ਫਿਰ 1.5 ਸਾਲ ਵੀ ਐਂ ਬੀਤ ਜਾਏਗਾ?
ਦੇਖੋ ਗੱਲ ਹੈ ਕਿ ਨੌਕਰੀਆਂ ਨੂੰ ਲੈ ਕੇ, ਮੋਬਾਈਲਸ ਨੂੰ ਲੈ ਕੇ, ਇਹ ਸਾਰੀਆਂ ਪਾਲਿਸੀਆਂ ਜਿਹੜੀਆਂ ਲਗਭਗ ਇਹਨਾਂ ਦੀ ਸ਼ੇਪ ਆਊਟ ਜਿਹੜੀ ਆ ਹੋ ਚੁੱਕੀ ਸੀ। ਕੋਵਿਡ ਕਰਕੇ ਇਹ ਸਾਰੇ ਜਿਹੜੇ ਆ ਵਿੱਚ ਹਾਲਾਤ ਖੜ ਗਏ ਔਰ 1 ਲੱਖ ਨੌਕਰੀ ਜਿਹੜੀ ਪੰਜਾਬ ਦੇ ਵਿੱਚ ਜਿਹੜੀ ਆ ਕੱਢਣੀ ਆ, ਉਹਦਾ ਸਾਰਾ ਬਲੂ ਪ੍ਰਿੰਟ ਜਿਹਨੂੰ ਆਪਾਂ ਕਹੀਏ ਉਹ ਤਿਆਰ ਕੀਤਾ ਜਾ ਚੁੱਕਾ ਸੀ। ਮੋਬਾਈਲਸ ਖਰੀਦਣੇ ਸੀ, ਉਹਦੇ ਲਈ ਜਿਹੜੇ ਫੰਡਸ ਆ ਉਹਨਾਂ ਦੀ ਜਿਹੜੀ ਅਰੇਂਜਮੈਂਟ ਹੈ ਉਹ ਕੀਤੀ ਜਾ ਚੁੱਕੀ ਸੀ। ਪਰ ਕੋਵਿਡ ਕਰਕੇ ਥੋੜ੍ਹੇ ਜਿਹੇ ਹਾਲਾਤ ਆ ਜਿਹੜੇ ਉਹ ਇਹੋ ਜਿਹੇ ਹੋ ਗਏ ਆ। ਪਰ ਆ ਜਦੋਂ ਵੀ ਆ ਥੋੜ੍ਹੇ ਜਿਹੇ ਹਾਲਾਤ ਸੁਖਾਵੇਂ ਹੁੰਦੇ ਆ ਤਾਂ ਉਹ ਜੋ ਵਾਅਦੇ ਅਸੀਂ ਪੰਜਾਬ ਦੇ ਲੋਕਾਂ ਦੇ ਨਾਲ ਕੀਤੇ ਆ, ਨੌਕਰੀਆਂ ਨੂੰ ਲੈ ਕੇ ਕੀਤੇ ਆ, ਡਿਵੈਲਪਮੈਂਟ ਨੂੰ ਲੈ ਕੇ ਕੀਤੇ ਆ, ਮੋਬਾਈਲਸ ਨੂੰ ਲੈ ਕੇ ਕੀਤੇ ਆ, ਉਹ ਸਾਰੇ ਵਾਅਦੇ ਜਿਹੜੇ ਅਸੀਂ ਪੂਰੇ ਕਰਾਂਗੇ। ਰਿੰਕੂ ਜੀ ਕੀ ਸਮਝਦੇ ਕਿਉਂਕਿ ਹਰਪ੍ਰੀਤ ਸਿੰਘ ਦਾ ਗਿਆਨੀ ਹਰਪ੍ਰੀਤ ਸਿੰਘ ਜੀ ਹੋਰਾਂ ਦਾ ਇਹ ਬਿਆਨ ਆਉਣਾ, ਜਦੋਂ ਪ੍ਰੈਸ ਵਾਰਤਾ ਰਾਹੀਂ ਇੱਕ ਪੱਤਰਕਾਰ ਉਹਨਾਂ ਨੂੰ ਪੁੱਛਦਾ ਹੈ ਕਿ ਜੇ ਤੁਹਾਨੂੰ ਖਾਲਿਸਤਾਨ ਦਾ ਕਿਹਾ ਜਾਂਦਾ ਹੈ ਕਿ ਤੁਸੀਂ ਉਹਨੂੰ ਐਕਸੈਪਟ ਕਰੋਗੇ, ਤਾਂ ਉਹ ਕਹਿੰਦੇ ਹਾਂ। ਇੱਥੇ ਕਾਂਗਰਸ ਕਿੱਥੇ ਸਟੈਂਡ ਲੈਂਦੀ ਹੈ? ਦੇਖੋ, ਕਾਂਗਰਸ ਪਾਰਟੀ ਨੇ ਹਮੇਸ਼ਾ ਦੇਸ਼ ਦੀ ਏਕਤਾ ਔਰ ਅਖੰਡਤਾ ਦੀ ਨੀਤੀ ਦੇ ਉੱਤੇ ਕੰਮ ਕੀਤਾ ਹੈ। ਉਹਦੇ ਲਈ ਆਪਣੀਆਂ ਸ਼ਹਾਦਤਾਂ ਦਿੱਤੀਆਂ। ਸਾਡੇ ਫਾਰਮਰ ਪ੍ਰੈਜ਼ੀਡੈਂਟ ਸ਼੍ਰੀਮਤੀ ਇੰਦਰਾ ਗਾਂਧੀ ਜੀ ਸ਼ਹੀਦ ਹੋਏ, ਰਾਜੀਵ ਗਾਂਧੀ ਜੀ ਨੇ ਸ਼ਹਾਦਤ ਦਿੱਤੀ, ਸਰਦਾਰ ਬੇਅੰਤ ਸਿੰਘ ਜੀ ਨੇ ਦੇਸ਼ ਦੀ ਏਕਤਾ ਔਰ ਅਖੰਡਤਾ ਦੇ ਲਈ ਸ਼ਹਾਦਤ ਦਿੱਤੀ। ਔਰ ਕਾਂਗਰਸ ਪਾਰਟੀ ਹਮੇਸ਼ਾ ਜਿਹੜੀ ਆ ਇਹੋ ਜਿਹੀਆਂ ਨੀਤੀਆਂ ਜਿਹਦੇ ਨਾਲ ਦੇਸ਼ ਦੀ ਏਕਤਾ ਔਰ ਅਖੰਡਤਾ ਨੂੰ ਜਾਂ ਅਮਨ ਅਮਾਨ ਸ਼ਾਂਤੀ ਜਿਹਦੇ ਨਾਲ ਭੰਗ ਹੋਵੇ ਉਹਦੇ ਖਿਲਾਫ ਹਰ ਵੇਲੇ ਜਿਹੜੀ ਆ ਸਟੈਂਡ ਲੈਂਦੀ ਰਹੀ ਆ। ਔਰ ਇਸ ਵਾਰੀ ਵੀ ਜਿਹੜਾ ਸਟੈਂਡ ਆ ਉਹ ਕੈਪਟਨ ਅਮਰਿੰਦਰ ਸਿੰਘ ਜੀ ਦਾ ਕਲੀਅਰ ਸਟੈਂਡ ਹੈ ਕਿ ਕਿਸੇ ਵੀ ਤਰ੍ਹਾਂ ਦਾ ਜਿਹੜਾ ਸਮਾਜਿਕ ਤੱਤਵ ਹੈ, ਵੱਖਵਾਦ ਦੀ ਜਿਹੜੀ ਗੱਲ ਕਰਨ ਵਾਲੇ ਉਹਨਾਂ ਦੇ ਖਿਲਾਫ ਉਹਨਾਂ ਦਾ ਸਟੈਂਡ ਬਿਲਕੁਲ ਕਲੀਅਰ ਹੈ। ਕਿਤੇ ਲੱਗਦਾ ਨਹੀਂ ਰਿਹਾ ਕਿ ਇਹਦੇ ਪਿੱਛੇ ਵੀ ਜਿਹੜੀ ਬਹੁਤ ਵੱਡੀ ਸਿਆਸਤ ਖੇਡੀ ਜਾ ਰਹੀ ਹੈ, ਜਿਹੜਾ ਐਡਾ ਵੱਡਾ ਬਿਆਨ ਦੇਣਾ? ਦੇਖੋ, ਸਿਆਸਤ ਤਾਂ ਜਿਹੜੇ ਸ਼ਰਾਰਤੀ ਲੋਕ ਆ ਉਹ ਤਾਂ ਆਪਣੀਆਂ ਗੱਲਾਂ ਕਰਦੇ ਹੀ ਆ, ਪਰ ਜਿਹੜਾ ਕਾਂਗਰਸ ਪਾਰਟੀ ਦਾ ਏਜੰਡਾ, ਕੈਪਟਨ ਅਮਰਿੰਦਰ ਸਿੰਘ ਦਾ ਜਿਹੜਾ ਏਜੰਡਾ ਹੈ ਉਹ ਬਿਲਕੁਲ ਕਲੀਅਰ ਹੈ। ਬਹੁਤ ਬਹੁਤ ਸ਼ੁਕਰੀਆ ਰਿੰਕੂ ਜੀ। ਥੈਂਕ ਯੂ। ਆਉਣ ਵਾਲੇ 2020 ਦਾ ਇਲੈਕਸ਼ਨ ਦੱਸੇਗਾ ਕਿ ਸਿਆਸਤ ਕਿਸ ਪਾਸੇ ਜਾਂਦੀ ਹੈ, ਕਿਉਂਕਿ ਸਿਆਸਤ ਜਿਹੜੀ ਆ ਉਹ ਗਰਮਾ ਚੁੱਕੀ ਹੋਈ ਹੈ, ਸਿਆਸਤ ਜਿਹੜੀ ਆ ਉਹ ਪੱਕ ਚੁੱਕੀ ਹੈ। 2020 ਦੇ ਇਲੈਕਸ਼ਨਾਂ ਦੀ ਤਿਆਰੀ ਜਿਹੜੀ ਆ ਉਹ ਹਰ ਇੱਕ ਪਾਰਟੀ ਵੱਲੋਂ ਸ਼ੁਰੂ ਕੀਤੀ ਜਾ ਚੁੱਕੀ ਹੈ, ਚਾਹੇ ਉਹ ਢੀਂਡਸਾ ਪਰਿਵਾਰ ਵੱਲੋਂ ਹੋਵੇ ਤੇ ਚਾਹੇ ਉਹ ਕੈਪਟਨ ਸਰਕਾਰ ਵੱਲੋਂ ਹੀ ਹੋਵੇ। ਚਾਹੇ ਜਿਹੜੀ ਲੰਚ ਡਿਪਲੋਮੇਸੀ ਹੋ ਰਹੀ ਹੈ ਉਹਦੇ ਦੌਰਾਨ ਬਹੁਤ ਸਾਰੀਆਂ ਇਹਨਾਂ ਦੀਆਂ ਰਣਨੀਤੀਆਂ ਜਿਹੜੀਆਂ ਉਹ ਅੰਦਰੋਂ ਅੰਦਰੀ ਬਣ ਰਹੀਆਂ ਨੇ। ਸੋ ਆਉਣ ਵਾਲਾ ਸਮਾਂ ਜ਼ਰੂਰ ਦੱਸੇਗਾ ਕਿ ਸਿਆਸਤ ਕਿਸ ਪਾਸੇ ਮੋੜ ਲੈਂਦੀ ਹੈ। ਸੋ ਉਨੀ ਦੇਰ ਲਈ ਮੈਨੂੰ ਕੀਰਤੀ ਤੇ ਕੈਮਰਾਮੈਨ ਰੋਹਿਤ ਨੂੰ ਦਿਓ ਇਜਾਜ਼ਤ। ਧੰਨਵਾਦ।